ਸਾਹਿਬ ਜੀ। ਰਾਗ ਗੌੜੀ ਪੂਰਬੀ ਬਾਵਨ ਅੱਖਰੀ। ਕਬੀਰ ਜੀਓ ਕੀ ਇਕ ਓੰਕਾਰ ਸਤਿਨਾਮ ਕਰਤਾ ਪੁਰਖ ਗੁਰ ਪ੍ਰਸਾਦ। ਬਾਵਨ ਅਛਰ ਲੋਕ ਤਰੈ ਸਭ ਕਛ ਇਨਹੀ ਮਾਹੇ। ਇਹ ਅੱਖਰ ਖਿਰ ਜਾਹੇਂਗੇ, ਓਏ ਅੱਖਰ ਇਨ ਮੈਂ ਨਾਹੇ। ਬਾਵਨ ਅਛਰ ਲੋਕ ਤਰੈ ਸਭ ਕਛ ਇਨਹੀ ਮਾਹੇ। ਇਹ ਅੱਖਰ ਖਿਰ ਜਾਹੇਂਗੇ, ਓਏ ਅੱਖਰ ਇਨ ਮਹਿ ਨਾਹੇ। ਜਹਾਂ ਬੋਲ ਤਹਾਂ ਅਛਰ ਆਵਾ, ਜਹਾਂ ਅਬੋਲ ਤਹਾਂ ਮਨ ਨਾ ਰਹਾਵਾ। ਬੋਲ ਅਬੋਲ ਮਦ ਹੈ ਸੋਈ, ਜਸ ਉਹ ਹੈ ਤਸ ਲਖੈ ਨਾ ਕੋਈ। ਅਲਾ ਲਹਉ ਤੋ ਕਿਆ ਕਹਉ, ਕਹਉ ਤਾ ਕੋ ਉਪਕਾਰ। ਬਟਕ ਬੀਜ ਮਹਿ ਰਵ ਰਹਿਓ, ਜਾਂ ਕੋ ਤੀਨ ਲੋਕ ਬਿਸਥਾਰ। ਅਲਹ ਲਹੰਤਾ ਭੇਦ ਛੈ, ਕਛ ਕਛ ਪਾਇਓ ਭੇਦ। ਉਲਟ ਭੇਦ ਮਨ ਬੇਦਿਓ, ਪਾਇਓ ਅਭੰਗ ਅਛੇਦ। ਤੁਰਕ ਤਰੀਕਤ ਜਾਨੀਐ, ਹਿੰਦੂ ਵੇਦ ਪੁਰਾਨ। ਮਨ ਸਮਝਾਵਨ ਕਾਰਨੇ, ਕਛੁਕ ਪੜੀਐ ਗਿਆਨ। ਤੁਰਕ ਤਰੀਕਤ ਜਾਨੀਐ, ਹਿੰਦੂ ਵੇਦ ਪੁਰਾਨ। ਮਨ ਸਮਝਾਵਨ ਕਾਰਨੇ, ਕਛੁਅਕ ਪੜੀਐ ਗਿਆਨ। ਸੋ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਛਤਰ ਅਤੇ ਤਖਤ ਦੇ ਮਾਲਕ ਬਾਣੀ ਕੇ ਬੋਹਿਤ ਸਰਬ ਸਾਂਝੀਵਾਲਤਾ ਦੇ ਪ੍ਰਤੀਕ ਸ਼ਬਦ ਗੁਰੂ ਦਸਾਂ ਹੀ ਪਾਤਸ਼ਾਹੀਆਂ ਦੀ ਜੋਤ ਧੰਨ ਧੰਨ
ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਗੁਰਦੁਆਰਾ ਦਮਦਮਾ ਸਾਹਿਬ ਪਾਤਸ਼ਾਹੀ ਪਹਿਲੀ ਪਾਤਸ਼ਾਹੀ ਛੇਵੀਂ ਮਹਾਨ ਪਵਿੱਤਰ ਇਤਿਹਾਸਕ ਅਸਥਾਨ ਤੇ ਬਿਰਾਜਮਾਨ ਔਰ ਯਾਤਰਾ ਕਰ ਰਹੀ ਬਹੁਤ ਹੀ ਸਨਮਾਨਯੋਗ ਗੁਰੂ ਰੂਪ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਮਹਾਨ ਬਖਸ਼ਿਸ਼ ਹੈ। ਆਪ ਗੁਰੂ ਪਿਆਰ ਵਾਲਿਆਂ ਨੇ ਅੰਮ੍ਰਿਤ ਵੇਲੇ ਦੀ ਸਾਂਭ ਸੰਭਾਲ ਕਰਦਿਆਂ ਹੋਇਆਂ ਨੀਂਦਰ ਆਲਸ ਆਦਿ ਦਾ ਤਰਕ ਤਿਆਗ ਕਰਕੇ ਉਦਮੀ ਬਣਦਿਆਂ ਹੋਇਆਂ ਗੁਰੂ ਚਰਨਾਂ ਵਿੱਚ ਪਹੁੰਚ ਕੇ ਗੁਰੂ ਸਵਾਰਿਆਂ ਤੋਂ ਆਸਾ ਕੀ ਵਾਰ ਦੇ ਸ਼ਬਦ ਕੀਰਤਨ ਸਰਵਣ ਕਰਕੇ ਲਾਹੇ ਪ੍ਰਾਪਤ ਕੀਤੇ ਹਨ। ਸੋ ਗੁਰਦੇਵ ਆਪ ਸਾਰੀਆਂ ਸੰਗਤਾਂ ਦੀਆਂ ਤਿਲ ਫੁੱਲ ਸੇਵਾਵਾਂ ਭੇਟਾਵਾਂ ਹਾਜ਼ਰੀਆਂ ਆਪਣੇ ਦਰ ਪ੍ਰਵਾਨ ਕਰਨ। ਸਭਨਾਂ ਨੂੰ ਮਹਾਰਾਜ ਚੜ੍ਹਦੀ ਕਲਾ ਸ਼ੁਭ ਮਨੋਭਾਵਨਾਵਾਂ ਪੂਰੀਆਂ ਕਰਨ। ਇਸੇ ਪ੍ਰਕਾਰ ਆਉਣ ਵਾਲੇ ਸਮੇਂ ਵਿੱਚ ਵੀ ਅਸੀਂ ਗੁਰੂ ਚਰਨਾਂ ਵਿੱਚ ਜੁੜ ਕੇ ਸਤਿਗੁਰੂ ਦੀ ਬਖਸ਼ਿਸ਼ ਦੇ ਪਾਤਰ ਬਣਦੇ ਰਹੀਏ। ਸੋ ਸਾਧ ਸੰਗਤ ਉਪਰੰਤ ਆਪ ਜੀ ਨੇ ਹੁਣੇ ਦਾਸ ਪਾਸੋਂ ਜੋ ਪਾਵਨ ਬਚਨ ਸਰਵਣ ਕੀਤੇ ਹਨ, ਇਹ ਪਵਿੱਤਰ ਬਚਨ ਰਾਗ ਗੌੜੀ ਪੂਰਬੀ 52 ਅੱਖਰੀ ਦੇ ਸਿਰਲੇਖ ਹੇਠ ਭਗਤ ਕਬੀਰ ਜੀ ਦੇ ਉਚਾਰਨ ਕੀਤੇ ਹੋਏ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ 340 ਤੇ ਇਹ ਦਰਜ ਹਨ। ਭਾਵੇਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਵਿੱਚ 52 ਅੱਖਰੀਆਂ ਹੋਰ ਵੀ ਹਨ, ਭਗਤਾਂ ਦੀ ਬਾਣੀ ਵਿੱਚੋਂ 15 ਭਗਤ ਸਾਹਿਬਾਨ ਵਿੱਚੋਂ 52 ਅੱਖਰੀ ਸਿਰਫ ਭਗਤ ਕਬੀਰ ਸਾਹਿਬ ਜੀ ਨੇ ਹੀ ਉਚਾਰਨ ਕੀਤੀ ਹੈ। ਤੋ ਆਮ ਤੌਰ ਤੇ ਕਿਸੇ ਨੂੰ ਕਿਸੇ ਵੀ ਲਿਪੀ ਦੇ ਮੁੱਢਲੇ ਅੱਖਰਾਂ ਦੇ ਅਰਥ ਪੁੱਛੀਏ ਤੇ ਉਹ ਕਹਿੰਦਾ ਵੀ ਇਹਦੇ ਇਕੱਲੇ ਦੇ ਕੋਈ ਅਰਥ ਨਹੀਂ ਹੁੰਦੇ। ਧਿਆਨ ਦੇਣਾ, 52 ਅੱਖਰੀ ਦੀ ਭੂਮਿਕਾ ਕਿਸੇ ਪੜ੍ਹੇ ਲਿਖੇ ਵਿਅਕਤੀ ਨੂੰ ਵੀ ਪੁੱਛ ਲਈਏ ਵੀ ਊੜੇ ਦੇ ਕੀ ਅਰਥ ਹਨ, ਤਾਂ ਉਹ ਕਹੇਗਾ ਬੇਟਾ ਊੜੇ ਦੇ ਇਕੱਲੇ ਦੇ ਕੋਈ ਅਰਥ ਨਹੀਂ ਹੁੰਦੇ। ਕਈ ਅਕਸ਼ਰ ਪੰਜਾਬੀ ਵਿੱਚ ਅੱਖਰ ਇਕੱਠੇ ਹੋ ਕੇ ਇੱਕ ਅਲਫਾਜ਼ ਬਣਦਾ ਹੈ, ਫਿਰ ਉਹਦਾ ਕਈ ਅਲਫਾਜ਼ ਮਿਲਾ ਕੇ ਸੈਂਟੈਂਸ ਬਣਦਾ ਹੈ, ਫਿਰ ਉਹਦੇ ਕੋਈ ਮੀਨਿੰਗ ਹੁੰਦੇ ਨੇ। ਕੱਲੇ ਊੜੇ ਦੇ ਕੱਲੇ ਐੜੇ ਈੜੀ ਜਾਂ ਸੱਸੇ ਹਾਹੇ ਕੱਕੇ ਖੱਖੇ ਗੱਗੇ ਦੇ ਕੋਈ ਅਰਥ ਨਹੀਂ ਹੁੰਦੇ। ਪਰ ਜਦੋਂ ਅਸੀਂ ਬਾਣੀਕਾਰਾਂ ਨੂੰ ਪੜ੍ਹਨੇ ਆ, ਉਹ ਕਹਿੰਦੇ ਨੇ ਨਹੀਂ ਕੱਲੇ ਕੱਲੇ ਅਰਥ ਅੱਖਰ ਤੋਂ ਵੀ ਕੁਝ ਦੱਸਿਆ ਜਾ ਸਕਦਾ। ਤਾਂ ਫਿਰ ਕੱਲੇ ਕੱਲੇ ਅੱਖਰ ਤੋਂ 52 ਅੱਖਰੀ ਦੇ ਸਿਰਲੇਖ ਹੇਠ ਸਾਨੂੰ ਉਪਦੇਸ਼ ਬਖਸ਼ਿਸ਼ ਕੀਤਾ ਗਿਆ। ਔਰ ਪ੍ਰਾਰੰਭ ਵਿੱਚ ਭਗਤ ਕਬੀਰ ਸਾਹਿਬ ਨੇ ਜਿਹੜੀ ਭੂਮਿਕਾ ਬੰਨੀ, ਪਹਿਲੇ 5 ਪਦੇ ਜਿਹੜੇ ਨੇ ਸਾਧ ਸੰਗਤ, ਪਹਿਲੇ 5 ਪਦੇ ਇਹ 52 ਅੱਖਰੀ ਦੀ ਭੂਮਿਕਾ ਨੇ। ਬਾਵਨ ਅੱਖਰੀ ਦੀ ਭੂਮਿਕਾ ਇਹ ਨੇ ਕਿ ਇਹਦੇ ਅੰਦਰ ਪਰਮਾਤਮਾ ਬਾਰੇ ਇਨਫੋਰਮੇਸ਼ਨ ਦਿੱਤੀ ਜਾ ਰਹੀ ਹੈ। ਪਰ ਪਰਮਾਤਮਾ ਦੀ ਜਿਹੜੀ ਜਾਣਕਾਰੀ ਹੈ, ਜਿਹੜੀ ਇਨਫੋਰਮੇਸ਼ਨ ਹੈ, ਉਸ ਸੰਬੰਧ ਵਿੱਚ ਪਹਿਲਾਂ ਬੜੀ ਵਿਨਮਰਤਾ ਵਿਖਾਈ ਗਈ ਹੈ। ਇਹਨਾਂ 5 ਪਦਿਆਂ ਵਿੱਚ ਬਈ ਅੱਖਰਾਂ ਰਾਹੀਂ ਉਹਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਉਹ ਪਰਮਾਤਮਾ ਇਤਨਾ ਵਿਸ਼ਾਲ ਹੈ, ਇਤਨਾ ਵਿਰਾਟ ਹੈ, ਬਈ ਕਿਤਨੇ ਵੀ ਚੰਗੇ ਤੋਂ ਚੰਗੇ ਅਲਫਾਜ਼ ਅੱਖਰ ਵਰਤ ਲਈਏ ਉਹਦੀ ਵਿਆਖਿਆ ਨਹੀਂ ਹੋ ਸਕਦੀ। ਪਰ ਇਹਦਾ ਕੀ ਮਤਲਬ ਫਿਰ ਅੱਖਰਾਂ ਨੂੰ ਪੜ੍ਹਨਾ, ਗ੍ਰੰਥਾਂ ਪੁਸਤਕਾਂ ਨੂੰ ਪੜ੍ਹਨਾ ਬੰਦ ਕਰ ਦਿੱਤਾ ਜਾਏ? ਤੇ ਨਹੀਂ, ਫਿਰ ਭੂਮਿਕਾ ਦੇ ਅੰਤਲੇ ਪਦੇ ਵਿੱਚ ਕਹਿੰਦੇ ਨੇ ਵੀ ਤੁਰਕ ਤਰੀਕਤ ਜਾਨੀਐ ਹਿੰਦੂ ਵੇਦ ਪੁਰਾਣ, ਮਨ ਸਮਝਾਵਨ ਕਾਰਨੇ ਕਛੂਕ ਪੜ੍ਹੀਐ। ਗਿਆਨ ਪੜ੍ਹਨਾ ਹੈ,
पर फिर भी ये ध्यान रखना है भी पढ़ पढ़ के भी ਉਹਦਾ अंत नहीं पाया जा सकता, ਉਹਦੀ मुकम्मल व्याख्या भी नहीं की जा सकती, क्योंकि वो बहुत विराट है। अत ऊंचा तांका दरबारा, अंत नहीं किछ पारावारा। हुण गुरु नानक साहब नूं आसा की वार च पढ़ो, महाराज कितनियां आल पताल दीयां गल्लां करदे ने। विग्यानक दृष्टिकोण तो भी अगेती जानकारी बख्शिश करते हैं, जदों कहते हैं भी सारा निज़ाम भय विच है, वो विग्यानक दृष्टिकोण तो जानकारी है। और आसा की वार विच बेहिसाब जानकारी भूगोलक पक्षों, खगोलक पक्षों, अध्यात्मक पक्षों, समाजिक पक्षों ज्ञान दे वड्डे वड्डे भंडार वंडण तो बाद फिर अखीर विच जाके कहंदे ने वड्डे कीआं वड्डियाइयां किछ कहना कहण ना जाए, सो करता कादर करीम दे जियां रिजक संभाहे। भाई वो वड्डा है, ओदियां मुकम्मल वड्डियाइयां नहीं कहियां जा सकदियां। इसे तरह भगत कबीर साहब प्रारंभ विच भूमिका विच इस तरह के बचन करते ने। अज असी भूमिका वाले बचनों ही विचारांगे। आओ सुरत बिरत गुरु चरनां विच जोड़ो जी। जितने शरीर बैठे हो, आओ एक बार मन की एकाग्रता ते रसना की पवित्रता वास्ते गुरमंत्र का उचारण करिए जी। प्यार नाल आखो जी, सतनाम श्री वाहिगुरु जी। राग गौड़ी पूर्वी। जिस तरह आप जी नूं पता है भी अक्सर दास बेनती करता रहा है कि गौड़ी एक किस्म की नहीं, गौड़ी गवारेरी भी है, गौड़ी दखणी भी है, गौड़ी पूर्वी भी है और कई किस्म की है। दर्जन तो ज़्यादा किस्मां की गौड़ी गुरु ग्रंथ साहब 'च। ये जिहड़े हेठ लिखे सारे शब्द ने, इन्हां नूं भी गौड़ी पूर्वी विच गायन करना है। ये खुल्लम खुल्ला कुछ गायन नहीं करना, ये हुक्म है। हेठ लिखी सारी बाणी लंबेरी बाणी जिहड़ी है, ये राग गौड़ी पूर्वी है और 52 अखरी का उपदेश है। जिहड़ी लिपि दे 52 अखर ने, उन्हां दे राही उपदेश है। कबीर जीओ की तां लिखना पिया क्योंकि गुरुआं दी भी 52 अखरी है। इस वास्ते इत्थे वेरवा लिख दिता भी ये 52 अखरी कबीर जी की उचारण की हुई है। साध संगत मंगल जो महाराज ने लिखवाया भाई गुरदास जी तो, क्योंकि कोई भी जदों शुभ काम हुंदा ते उहदा मंगलाचरण किया जाता, उहनूं साडे गुआंढी धर्म च शुभ आरंभ भी कहिंदे ने। मंगल दे अखरी अर्थ खुशी हुंदे ने। तो मंगलाचरण ये किसी भी चीज़ नूं आरंभ करन तो पहला उत्थे खुशी का इजहार करना, शुकराना करना। और भाई गुरदास साहब नूं कह के गुरु अर्जन साहब ने जिहड़ा मंगलाचरण लिखाया, वो है एक ओंकार सतनाम करता पुरख और गुरप्रसाद। जे हुण वर्गा समा हुंदा, गुरु साहब मौजूद हुंदे धरती ते शरीर विच, ते असीं ते इहदे ते भी तर्क करना सी भी महाराज ये की होया। किते ते तुसीं एक ओंकार सतनाम करता पुरख निरभौ निरवैर काल मूरत जोनी सहबंग फिर गुरप्रसाद लिखदे हो। इत्थे तुसीं एक ओंकार सतनाम करता पुरख ते गुरप्रसाद लिखा दिता है। तो भाई एक करते की मित करता जाने, कह जाने गुर सूरा। ये ओदी मौज है और ये ओदियां ओ ही जाने। असीं अपनी बुद्धि वरत वरत के जितने मर्जी लॉजिक दे लईए, जिवें गुरु का अकाल का अंत नहीं, इस तरह गुरु दियां लीलावां का भी कोई अंत नहीं गा। एक ओंकार अक्सर आप जी ये अर्थ व्याख्या सुनते हो। मैं संखेप मात्र बेनती करके अगे चलना। सिखिज़म इस गल नूं रूहे जमीन ते मनदी है भी अकाल पुरख वाहिद है। क्यों कहना पिया? क्योंकि रब की होंद तो मुनकर ते कोई भी नहीं सी, पर रब कई बनाए हुए सन। हिंदुइज़म ने 3 देवतियां नूं सारी कायनात दे
ਸਿਲਸਿਲੇ ਨੂੰ ਚਲਾਉਣ ਵਾਲਾ ਮੰਨ ਲਿਆ। ਇੱਕ ਪੈਦਾ ਕਰਦਾ ਹੈ, ਦੂਜਾ ਪਰਵਰਿਸ਼ ਕਰਦਾ ਹੈ, ਤੀਜਾ ਸੰਘਾਰ ਕਰਦਾ ਹੈ। ਬ੍ਰਹਮਾ ਵਿਸ਼ਨੂੰ ਮਹੇਸ਼, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀਵਾਨ। ਸਿੱਖੀਜ਼ਮ ਦਾ ਪ੍ਰਿੰਸੀਪਲ ਹੈ ਵੀ ਜਿਵ ਤਿਸ ਭਾਵੈ ਤਿਵੇਂ ਚਲਾਵੈ, ਜਿਵ ਹੋਵੈ ਫੁਰਮਾਨ। ਆਦੇਸ਼ ਤਿਸੈ ਆਦੇਸ਼, ਆਦ ਅਨੀਲ ਅਨਾਦ ਅਨਾਹਤ, ਜੁਗ ਜੁਗ ਏਕੋ ਵੇਸ, ਨਾ ਕਿ ਤੀਨੋਂ ਵੇਸ। ਫਿਰ ਅਸੀਂ ਸ਼ਾਮੀ ਮੱਤਾਂ ਵੱਲ ਆ ਜਾਈਏ। ਜਿਸ ਤਰ੍ਹਾਂ ਸਾਧ ਸੰਗਤ ਇੱਕ ਸੁਬਾਹ ਹੁੰਦੀ ਹੈ, ਇੱਕ ਸ਼ਾਮ ਹੁੰਦੀ ਹੈ। ਜਿਹੜੇ ਮੱਤ ਸ਼ਾਮ ਨੂੰ ਹੋਏ, ਭਾਵ ਜਿਹੜੇ ਬਾਅਦ ਵਿੱਚ ਪੈਦਾ ਹੋਏ, ਉਹਨਾਂ ਨੂੰ ਸ਼ਾਮੀ ਮੱਤ ਕਹਿੰਦੇ ਨੇ। ਇਹ ਜਿਹੜਾ ਸਨਾਤਨ ਮੱਤ ਹੈ, ਵੈਦਿਕ ਮੱਤ ਹੈ, ਬੁੱਧਿਜ਼ਮ ਹੈ, ਇਹ ਸਾਰੇ ਇਹਨਾਂ ਨਾਲੋਂ ਪਹਿਲਾਂ ਹੋਏ ਗਏ ਗਿਣੇ ਨੇ। ਇਸ ਵਾਸਤੇ ਯਹੂਦੀਆਂ ਨੂੰ, ਮੁਸਲਮਾਨਾਂ ਨੂੰ ਤੇ ਈਸਾਈਆਂ ਨੂੰ, ਤਿੰਨਾਂ ਨੂੰ ਥੋੜ੍ਹੇ ਸ਼ਬਦਾਂ 'ਚ ਕਹਿਣਾ ਹੋਵੇ ਤੇ ਵਿਦਵਾਨ ਜਦੋਂ ਕਾਗਜ਼ ਸ਼ਾਹੀ ਬਚਾਉਣੀ ਹੁੰਦੀ ਹੈ, ਸਮਾਂ ਬਚਾਉਣਾ ਹੁੰਦਾ ਹੈ, ਇਹਨਾਂ ਤਿੰਨਾਂ ਨੂੰ ਬਰੀਫ 'ਚ ਸ਼ਾਮੀ ਮੱਤ ਕਹਿ ਦਿੰਦੇ ਨੇ। ਇਹ ਸ਼ਾਮੀ ਮੱਤ ਨੇ। ਇਹ ਕਹਿੰਦੇ ਨੇ ਵੀ ਵਾਹਿਦ ਹਸਤੀ ਤੇ ਪਰਮਾਤਮਾ ਹੀ ਹੈ, ਖੁਦਾ ਹੈ, ਪਰ ਉਹਦੇ ਪੈਰਲਰ ਇੱਕ ਹੋਰ ਸ਼ਕਤੀ ਹੈ, ਉਹਨੂੰ ਇਹ ਸ਼ੈਤਾਨ ਕਹਿੰਦੇ ਨੇ। ਉਹ ਕਹਿੰਦੇ ਨੇ ਤਿੰਨ ਨੇ, ਇਹ ਕਹਿੰਦੇ ਨੇ ਦੋ ਨੇ। ਗੁਰਮਤਿ ਕਹਿੰਦੀ ਇੱਕ ਹੈ, ਔਰ ਏਕੋ ਹੈ ਭਾਈ, ਏਕੋ ਹੈ ਸਾਹਿਬ ਮੇਰਾ, ਏਕੋ ਹੈ। ਇਹ ਫਰਕ ਹੈ ਸਿੱਖੀਜ਼ਮ ਦਾ ਤੇ ਬਾਕੀ ਮਤਾਂ ਦਾ। ਓਂਕਾਰ ਜਿਹੜਾ ਸ਼ਬਦ ਹੈ ਨਾ, ਇੱਕ ਨੂੰ ਜੁਦਾ ਕਰਕੇ ਓਂਕਾਰ ਨੂੰ ਜੁਦਾ ਕਰ ਲਈਏ ਤੇ ਓਂਕਾਰ ਨੂੰ ਤੁਸੀਂ, ਸਾਡੇ ਦੇਸ਼ ਦੀ ਨਾ ਕਈ ਡਿਕਸ਼ਨਰੀਆਂ ਨੇ, ਤੁਸੀਂ ਡਿਕਸ਼ਨਰੀਆਂ ਇਕੱਠੀਆਂ ਕਰੋ ਨਾ ਤੇ ਪੂਰੀ ਇੱਕ ਟ੍ਰੇਨ ਭਰੀ ਜਾਏਗੀ। ਪਰ ਜਿਹੜੀ ਸਭ ਤੋਂ ਪੁਰਾਣੀ ਡਿਕਸ਼ਨਰੀ ਹੋਂਦ ਚ ਆਈ ਨਾ ਆਪਣੀ ਭਾਸ਼ਾ 'ਚ, ਉਹਦਾ ਨਾਂ ਸੀ ਅਮਰਕੋਸ਼। ਹੁਣ ਤੇ ਬੜੇ ਕੋਸ਼ ਨੇ, ਪੰਜਾਬੀ ਵਿਸ਼ਵ ਕੋਸ਼, ਮਹਾਨ ਕੋਸ਼, ਔਰ ਹਰ ਭਾਸ਼ਾ ਦੇ ਆਪਣੇ ਆਪਣੇ। ਇੱਕ ਪੁਰਾਤਨ ਤੋਂ ਵੀ ਪੁਰਾਤਨ ਗ੍ਰੰਥ ਸੀ ਜਿਹਦਾ ਨਾਮ ਸੀ ਅਮਰਕੋਸ਼। ਉਹਦੇ ਵਿੱਚ ਤੁਸੀਂ ਓਂਕਾਰ ਕੱਢੋ ਤੇ ਓਂਕਾਰ ਮੀਨਸ ਪਵਿੱਤਰ, ਓਂਕਾਰ ਮੀਨਸ ਜੀ ਹਾਂ, ਓਂਕਾਰ ਮੀਨਸ ਪਰਮਾਤਮਾ, ਓਂਕਾਰ ਮੀਨਸ ਪਵਿੱਤਰ, ਓਂਕਾਰ ਮੀਨਸ ਜੀ ਹਾਂ, ਓਂਕਾਰ ਮੀਨਸ ਪਰਮਾਤਮਾ। ਤੋ ਇੱਥੇ ਅਸੀਂ ਇਹਦੇ ਅਰਥ ਕੀ ਲਵਾਂਗੇ? ਪਰਮਾਤਮਾ। ਅਕਾਲ ਪੁਰਖ ਵਾਹਿਗੁਰੂ ਇੱਕ ਹੈ, ਔਰ ਸਤਨਾਮ, ਸਤ ਸ਼ਬਦ ਜਿਹੜਾ ਹੈ ਇਹ ਝੂਠ ਦੇ ਵਿਪਰੀਤ ਜਿਹੜਾ ਸਤ ਹੁੰਦਾ ਹੈ ਉਹ ਨਹੀਂ। ਇਹ ਜਿੱਥੋਂ ਆਇਆ ਹੈ ਉੱਥੇ ਇਹਦਾ ਉਚਾਰਨ ਹੈ ਸਤਿ। ਸਤਿ, ਸਤਿ ਮੀਨ ਜਿਹਦਾ ਕਦੀ ਨਾਸ਼ ਨਾ ਹੋਵੇ, ਅਵਿਨਾਸ਼ੀ। ਉਹ ਖੁਦ ਵੀ ਸਦੀਵੀ ਹੈ, ਉਹਦਾ ਨਾਮ ਵੀ ਸਦੀਵੀ ਹੈ, ਸਤਨਾਮ। ਔਰ ਕਰਤਾ ਪੁਰਖ, ਇਹ ਸਾਰਾ ਜੋ ਵੀ ਦਿਸਦਾ ਨਿਜ਼ਾਮ ਹੈ ਇਹ ਆਪਣੇ ਆਪ ਨਹੀਂ ਬਣ ਗਿਆ, ਇਹ ਕਿਸੇ ਨੇ ਬਣਾਇਆ ਹੈ। ਕੀਤਾ ਪਸਾਓ ਏਕੋ ਕਵਾਓ, ਔਰ ਤਿਸ ਤੇ ਹੋਏ ਲੱਖ ਦਰਿਆਓ। ਆਪਣੇ ਆਪ ਕੁਛ ਨਹੀਂ ਬਣਦਾ, ਖਿਮਾ ਕਰਨਾ। ਕੋਈ ਰੂਹੇ ਜ਼ਮੀਨ ਦੇ ਉੱਤੇ ਕੋਈ ਚੀਜ਼ ਵਿਖਾ ਦਿਓ ਜਿਹੜੀ ਆਪਣੇ ਆਪ ਬਣੀ ਹੋਵੇ, ਬਣਾਉਣੀ ਪੈਂਦੀ ਹੈ। ਇਹ ਦਿਸਦੇ ਨਿਜ਼ਾਮ ਨੂੰ ਵੀ ਕਿਸੇ ਨੇ ਬਣਾਇਆ ਹੈ, ਔਰ ਇਹ ਜਿਹਦਾ ਇਦਾਂ ਦਾ ਸੁਭਾਅ ਹੈ, ਜਿਹੜਾ ਕਰਤਾ ਵੀ ਹੈ ਤੇ ਪੁਰਖ ਵੀ ਹੈ, ਬਣਾ ਕੇ ਉਹਦੇ ਵਿੱਚ ਵਿਆਪਕ ਵੀ ਹੈ, ਉਹ ਪ੍ਰਾਪਤ ਹੁੰਦਾ ਹੈ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਨਾਲ। ਹੁਣ ਮੈਂ ਆਪ ਜੀ ਦੀ ਤਵੱਜੋ 52 ਅੱਖਰੀ ਵੱਲ ਦਵਾਵਾਂ। ਪ੍ਰਾਰੰਭਕ ਬੋਲ ਨੇ 52 ਅੱਖਰ ਐੜਾ ਛੱਛਾ ਰਾਰਾ। ਇਹ ਕਿਤੇ ਐੜਾ ਖੱਖਾ ਰਾਰਾ ਵੀ ਹੈ, ਔਰ ਜਿੱਥੋਂ ਇਹ ਆਇਆ ਹੈ ਉੱਥੇ ਇਹਦਾ ਉਚਾਰਨ ਹੈ ਅਕਸ਼ਰ। ਅਕਸ਼ਰ। ਉਹਨਾਂ ਦੇ ਜਿਹੜੇ ਕਸ਼ਾ ਨੇ ਉਹ 3-4 ਨੇ। ਆਪਣੇ ਇੱਥੇ ਸੱਸਾ ਹੈ, ਸੱਸੇ ਪੈਰ ਬਿੰਦੀ ਲਾ ਲੈਂਦੇ ਆ, ਜਾਂ ਫਿਰ ਛੱਛਾ ਹੈ। ਉੱਥੇ ਪੇਟ ਪਟਾ ਸ਼ਾਇਦ ਵੱਖਰਾ ਹੈ, 21 ਵਾਲਾ ਵੱਖਰਾ ਹੈ, ਦੂਜਾ ਵੱਖਰਾ ਹੈ, ਤੀਜਾ 4 ਉਹਦੀ ਥਾਂ ਲੈਂਦੇ ਨੇ। ਔਰ ਜਿਵੇਂ ਦਾ ਤੁਹਾਨੂੰ ਫਿੱਟ ਲੱਗਦਾ ਉੱਥੇ ਉਵੇਂ ਦਾ ਤੁਸੀਂ ਉੱਥੇ ਯੂਜ਼ ਕਰ ਸਕਦੇ ਹੋ। ਮੈਂ ਹਿੰਦੀ ਦੀ ਗੱਲ ਕਰ ਰਿਹਾ। ਪ੍ਰਾਰੰਭਕ ਬੋਲ ਨੇ 52 ਅੱਖਰ ਲੋਕ ਤ੍ਰੈ ਸਭ ਕਿਛ ਇਹ ਨਹੀਂ ਮਾਏ। ਇਹ ਜਿਹੜੇ 3 ਲੋਕ ਨੇ ਨਾ, ਜਿਹੜਾ ਦਿਸਦਾ ਜਗਤ ਹੈ ਸਾਧ ਸੰਗਤ, ਇਹਦਾ ਸਾਰਾ ਜਿਹੜਾ ਪਸਾਰਾ ਹੈ, ਸਾਰਾ ਕੰਮਕਾਰ ਹੈ, ਲੈਣ ਦੇਣ ਹੈ,
ਵਰਤੋਂ ਵਿਹਾਰ ਹੈ, ਬੋਲ ਚਾਲ ਹੈ, ਉਹ 52 ਅੱਖਰਾਂ ਦੇ ਰਾਹੀਂ ਹੁੰਦਾ ਹੈ। ਲਿਪੀ ਵੱਖਰੀ ਵੱਖਰੀ ਹੋ ਸਕਦੀ ਹੈ, ਵੱਖਰੀ ਵੱਖਰੀ ਭਾਸ਼ਾਵਾਂ ਦੀ, ਹਰ ਭਾਸ਼ਾ ਦੀ ਲਿਪੀ ਹੁੰਦੀ ਹੈ, ਔਰ ਲਿਪੀ ਦੇ ਮੁੱਢਲੇ ਕੁਝ ਅਕਸ਼ਰ ਹੁੰਦੇ ਨੇ ਜਿਹਨੂੰ ਲਿਪੀ ਕਹਿੰਦੇ ਆ। ਸਾਰੇ ਸੰਸਾਰ ਦਾ ਨਿਜ਼ਾਮ ਇਹਨਾਂ ਨਾਲ ਹੀ ਚੱਲਦਾ ਹੈ। ਹੁਣ ਇਹ ਨਾ ਸਮਝਣਾ ਵੀ ਕਿਸੇ ਪਲੇਨ ਨੂੰ ਸਿਰਫ ਪਾਇਲਟ ਹੀ ਚਲਾ ਰਿਹਾ ਹੈ, ਨਹੀਂ, ਉਹਨੂੰ ਅਕਸ਼ਰ ਵੀ ਚਲਾਉਂਦੇ ਨੇ। ਤੁਸੀਂ ਸੁਣ ਕੇ ਹੈਰਾਨ ਰਹਿ ਜਾਓਗੇ ਬਈ ਕੰਟਰੋਲ ਰੂਮ ਵਿੱਚ ਜਿਹੜੇ ਬੈਠੇ ਹੋਏ ਨੇ ਐਕਸਪਰਟ, ਉਹਨਾਂ ਦੀ ਸੈਲਰੀ ਪਾਇਲਟ ਨਾਲੋਂ ਵੀ ਜ਼ਿਆਦਾ ਹੈ। ਉਹ ਸਕਰੀਨ ਤੇ ਦੇਖ ਰਹੇ ਨੇ ਵੀ ਕਿਹੜਾ ਪਲੇਨ ਇੱਥੋਂ ਜਿਹਨੇ ਫਲਾਈਟ ਲਈ ਸੀ ਹੁਣ ਕਿੱਥੇ ਹੈ, ਜ਼ਮੀਨ ਤੋਂ ਕਿੰਨਾ ਉੱਚੇ ਹੈ, ਉਹਦੇ ਅੱਗੇ ਕਿਹੜਾ ਖਤਰਾ ਹੈ, ਉੱਪਰ ਕਿਹੜਾ ਖਤਰਾ, ਔਰ ਲਗਾਤਾਰ ਪਾਇਲਟ ਨੂੰ ਉਹ ਅਵੇਅਰ ਕਰਦੇ ਜਾਂਦੇ। ਜੇ ਉਹ ਹੈਲਪ ਨਾ ਕਰਨ ਤੇ ਪਲੇਨ ਜਿਹੜਾ ਕਿਤੇ ਵੀ ਕ੍ਰੈਸ਼ ਜਿਹੜਾ ਉਹ ਹੋ ਸਕਦਾ ਹੈ। ਇਹਦੀ ਸੰਭਾਵਨਾ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਤੋ ਕੰਟਰੋਲ ਰੂਮ ਵਿੱਚ ਜਿਹੜੇ ਲੋਕ ਬੈਠੇ ਨੇ ਉਹ ਅਕਸਰਾਂ ਦੇ ਮਾਧਿਅਮ ਨਾਲ ਕੰਟੈਕਟ ਕਰਦੇ ਨੇ, ਭਾਵੇਂ ਉਹ ਬੋਲ ਕੇ ਕਰਨ, ਭਾਵੇਂ ਉਹ ਲਿਖ ਕੇ ਕਰਨ। ਤੋ ਲਿਪੀ ਦੇ ਨਾਲ ਸਾਰੇ ਸੰਸਾਰ ਦੀ ਕਾਰ ਚੱਲ ਰਹੀ ਹੈ। ਸੇਮ ਟਾਈਮ ਪਲੇਸ ਦੇ ਵਿੱਚ, ਸਪੇਸ ਦੇ ਵਿੱਚ ਕਈ ਹਜ਼ਾਰ ਪਲੇਨ ਜਿਹੜੇ ਨੇ, ਉਹ ਛੋਟੇ ਵੱਡੇ ਹੈਲੀਕਾਪਟਰ ਉਹ ਚੱਲ ਰਹੇ ਨੇ, ਉਹ ਆਪਸ 'ਚ ਟਕਰਾ ਵੀ ਸਕਦੇ ਨੇ। ਪਰ ਹਰੇਕ ਨੂੰ ਦੱਸਿਆ ਹੋਇਆ ਵੀ ਤੇਰੀ ਉਚਾਈ ਜ਼ਮੀਨ ਤੋਂ ਇਤਨੀ ਹੋਣੀ ਚਾਹੀਦੀ ਹੈ। ਹੁਣ ਉਨੀ ਉਚਾਈ ਦੇ ਉੱਤੇ ਜੇ ਕੋਈ ਤੂਫਾਨ ਆ ਗਿਆ, ਉਹਦੀ ਜਗ੍ਹਾ ਬਦਲਣੀ ਹੈ, ਤੇ ਕੰਟਰੋਲ ਰੂਮ ਵਾਲੇ ਨੂੰ ਇਹ ਵੀ ਵੇਖਣਾ ਪਏਗਾ ਵੀ ਜਿਹੜੀ ਜਗ੍ਹਾ ਇਹਨੂੰ ਮੈਂ ਹੁਣ ਦੇਣੀ ਹੈ, ਸੇਮ ਉਨੀ ਉਚਾਈ ਦੇ ਉੱਤੇ ਕੋਈ ਹੋਰ ਪਲੇਨ ਤੇ ਨਹੀਂ ਆ ਰਿਹਾ। ਉਹ ਅੱਖਰਾਂ ਰਾਹੀਂ ਸਭ ਕੁਝ ਕਰ ਰਿਹਾ, ਅੱਖਰਾਂ ਰਾਹੀਂ। ਜਿੰਨਾ ਵੀ ਸੰਸਾਰ ਦੀ ਕਾਰ ਚੱਲ ਰਹੀ ਹੈ, ਪਸਾਰਾ ਹੈ, ਇਹ ਅਕਸਰਾਂ ਵਿੱਚ ਹੀ ਚੱਲ ਰਿਹਾ। 52 ਅੱਖਰ ਕੌਮਾ ਲੋਕ ਤ੍ਰੈ ਸਭ ਕਿਛ ਇਹ ਨਹੀਂ ਮਾਹੇ। ਇਹ ਜਿਹੜਾ ਲੋਕ ਤ੍ਰੈ ਲੋਕ ਨੇ ਭਾਵ ਜਗਤ ਹੈ, ਇਸ ਜਗਤ ਦੇ ਸਭ ਕਿਛ ਇਹ ਨਹੀਂ ਮਾਹੇ, ਇਹਦੇ ਸਾਰੇ ਕੰਮ ਜਿਹੜੇ ਨੇ ਉਹ 52 ਅੱਖਰਾਂ ਵਿੱਚ ਹੀ ਆ ਜਾਂਦੇ ਨੇ। ਜੇ ਇਹਨਾਂ 52 ਅੱਖਰਾਂ ਦੀ ਸੂਝ ਹੈ ਤੇ ਤੁਸੀਂ ਆਪਣਾ ਮੈਸੇਜ ਕਿਸੇ ਨੂੰ ਦੇ ਸਕਦੇ ਹੋ। ਪਰ ਇਹ ਅੱਖਰ ਖਿਰ ਜਾਹੇਂਗੇ, ਉਹ ਅੱਖਰ ਇਨ ਮੈਂ ਨਾਹੇ। ਇਹ ਜਿਹੜੇ ਅੱਖਰ ਨੇ, ਇਹਨਾਂ ਵਿੱਚ ਜਗਤ ਦੀ ਸਾਰੀ ਵਿਆਖਿਆ, ਸਾਰਾ ਬੋਲ ਚਾਲ ਕੀਤਾ ਜਾ ਸਕਦਾ ਹੈ, ਪਰ ਪਰਮਾਤਮਾ ਦੇ ਮਾਮਲੇ ਵਿੱਚ ਇਹ ਅੱਖਰ ਵੀ ਬੌਣੇ ਹੋ ਜਾਂਦੇ ਨੇ। ਮੰਨ ਲਿਆ ਕਿਸੇ ਨੇ ਪਰਮਾਤਮਾ ਨੂੰ ਪ੍ਰਾਪਤ ਕਰ ਲਿਆ, ਤੇ ਹੁਣ ਉਹਨੂੰ ਕੋਈ ਪੁੱਛੇ ਵੀ ਤੂੰ ਦੱਸ ਕਿਵੇਂ ਪ੍ਰਾਪਤ ਕੀਤਾ ਹੈ, ਤੇ ਕਬੀਰ ਸਾਹਿਬ ਦਾ ਪ੍ਰਿੰਸੀਪਲ ਹੈ, ਕਬੀਰ ਸਾਹਿਬ ਦਾ ਮੰਨਣਾ ਹੈ ਬਈ ਉਹ ਨਹੀਂ ਵਿਆਖਿਆ ਕਰ ਸਕੇਗਾ। ਇਹਨੂੰ ਸੌਖੇ ਜਿਹੇ ਸ਼ਬਦਾਂ 'ਚ ਇਹ ਕਿਹਾ ਹੈ ਵੀ ਕਹੋ ਕਬੀਰ ਗੂੰਗੇ ਗੁੜ ਖਾਇਆ, ਪੁੱਛੇ ਤੇ ਕਿਆ ਕਹੀਏ। ਠੀਕ ਹੈ, ਅਸੀਂ ਉਹਦੇ ਚਿਹਰੇ ਦੇ ਹਾਵ ਭਾਵ ਤੋਂ ਅੰਦਾਜ਼ਾ ਲਾ ਲਾਂਗੇ ਵੀ ਇਹਨੂੰ ਇਹ ਚੀਜ਼ ਸਵਾਦੀ ਲੱਗੀ ਹੈ ਕਿ ਬੇਸਵਾਦੀ ਲੱਗੀ ਹੈ, ਪਰ ਗੂੰਗਾ ਬੰਦਾ ਬੋਲ ਕੇ ਨਹੀਂ ਦੱਸ ਸਕਦਾ ਵੀ ਇਹ ਕਿੱਦਾਂ ਦੀ ਹੈ। ਇਸੇ ਤਰ੍ਹਾਂ ਨਿਰੰਕਾਰ ਦੇ ਸੰਦਰਭ ਵਿੱਚ ਕਬੀਰ ਸਾਹਿਬ ਕਹਿੰਦੇ ਨੇ ਉੱਥੇ ਅੱਖਰ ਵੀ ਨਹੀਂ ਵਰਤੇ ਜਾ ਸਕਦੇ। ਉਂਝ ਅੱਖਰਾਂ ਦੀ ਗੁਰਮਤ ਨੇ, ਸਿੱਖੀਜ਼ਮ ਨੇ ਤਾਰੀਫ ਕੀਤੀ ਹੈ। ਅਸੰਖ ਜਪ, ਅਸੰਖ ਨਾਉ, ਜਦੋਂ ਤੁਸੀਂ ਅਸੰਖ ਵਾਲੀਆਂ ਪੌੜੀਆਂ ਪੜ੍ਹਦੇ ਹੋ ਤੇ ਫਿਰ ਉਹਦੇ ਵਿੱਚ ਅੱਗੇ ਜਾ ਕੇ ਅੱਖਰਾਂ ਦੀ ਵੀ ਵਿਆਖਿਆ ਹੁੰਦੀ ਹੈ, ਅੱਖਰਾਂ ਦੀ ਤਾਰੀਫ ਕੀਤੀ ਗਈ ਹੈ। ਅੱਖਰੀ ਲਿਖਣ, ਬੋਲਣ, ਬਾਣ, ਅੱਖਰਾਂ ਸਿਰ, ਸੰਜੋਗ ਵਖਾਣ, ਪਰ ਜਿਨ ਇਹ ਲਿਖੇ ਤੇ ਸਿਰ ਨਾਹੇ, ਜਿਵ ਫੁਰਮਾਏ ਤਿਵ ਤਿਵ ਪਾਏ। ਨਾਲ ਇਹ ਵੀ ਲਿਖ ਦਿੱਤਾ ਵੀ ਜਿਨ ਇਹ ਲਿਖੇ ਤਿਸ ਸਿਰ ਨਾਹੇ, ਉਹ ਅੱਖਰਾਂ ਦੇ ਅਧੀਨ ਨਹੀਂ ਹੈ। ਅਸੀਂ ਅੱਖਰਾਂ ਨਾਲ ਕਾਰੋਬਾਰ ਕਰਨੇ ਆ, ਸਾਡੇ ਮੱਥੇ ਤੇ ਜਿਹੜੇ ਅੱਖਰ ਲਿਖੇ ਨੇ ਉਸ ਤਰ੍ਹਾਂ ਅਸੀਂ ਜੀਵਨ ਬਸ਼ਰ ਕਰਨੇ ਆ, ਪਰ ਉਹ ਅੱਖਰਾਂ ਤੋਂ ਬਾਹਰ ਹੈ। ਹੁਣ ਇੱਥੇ ਮੈਂ ਇੱਕ ਹੋਰ ਅਰਜ਼ ਕਰਦਿਆਂ, ਇਹ ਅੱਖਰ ਖਿਰ ਜਾਹੇਂਗੇ, ਈੜੀ ਨੂੰ ਲਾਂ, ਇਹ ਅੱਖਰ, ਇਹ ਜਿਹੜੇ 52 ਅੱਖਰ ਨੇ ਇਹਨਾਂ ਦੀ ਗੱਲ ਕਰਦੇ ਨੇ। ਅੱਗੇ ਸ਼ਬਦ ਹੈ ਓਏ, ਊੜਾ ਖੁੱਲਾ, ਈੜੀ ਨੂੰ ਸ਼ਿਆਰੀ। ਜਦੋਂ ਓਏ ਆ ਜਾਏ ਤੇ ਫਿਰ ਉਹ ਬਹੁਵਚਨ ਹੋ ਜਾਂਦਾ। ਇਹ ਮੈਨੂੰ ਕਿਉਂ ਦੱਸਣ ਦੀ ਲੋੜ ਪਈ? ਕਿਉਂਕਿ ਤੁਸੀਂ YouTube ਤੇ ਜਾਓ ਨਾ, 52 ਅੱਖਰੀ ਦੀ ਵਿਆਖਿਆ ਕੱਢੋ, ਤੁਹਾਨੂੰ 40-50 ਵਿਦਵਾਨਾਂ ਦੀ ਵਿਆਖਿਆ ਮਿਲ ਜਾਏਗੀ 52 ਅੱਖਰੀ ਦੀ। ਕਈ ਵਿਦਵਾਨ ਕਹਿੰਦੇ ਨੇ
ਬਈ ਜਿਹੜਾ ਇਹ ਅੱਖਰ ਖਿਰ ਜਾਏਂਗੇ ਉਹ ਅੱਖਰ ਇਨ ਮੈਂ ਨਾਹੇ, ਜਿਹੜਾ ਇਹ ਅੱਖਰ ਹੈ ਨਾ ਇਹਨੂੰ ਅਖਰ ਪੜਨਾ ਹੈ। ਪੁੱਛੀਏ ਕਿਉਂ? ਕਹਿੰਦੇ ਨੇ ਅਕਾਲ ਪੁਰਖ ਵਾਸਤੇ ਆਇਆ ਹੈ, ਖਰ ਦੇ ਗੇਤਰ ਐੜਾ ਲਾਇਆ ਵੀ ਉਹ ਖਰਦਾ ਨਹੀਂਗਾ। ਪਰ ਹੁਣ ਅਕਲ ਦੇ ਅੰਨੇ ਹੋ, ਇਸ ਅਖਰ ਤੋਂ ਪਹਿਲਾਂ ਓਏ ਲਿਖਿਆ ਹੈ, ਓਏ ਬਹੁਵਚਨ ਹੈ। ਪਰਮਾਤਮਾ ਇੱਕ ਹੈ, ਅੱਖਰ 52 ਨੇ, ਇਹ ਬਹੁਵਚਨ ਨੇ। ਇਸ ਲਈ ਇਹ ਅੱਖਰ ਇਹਨਾਂ ਅੱਖਰਾਂ ਵਾਸਤੇ ਹੀ ਆਇਆ। ਇਹਦੇ ਅੱਖਰ ਉਚਾਰਨ ਕਰਕੇ ਪ੍ਰਮਾਤਮਾ ਅਰਥ ਨਹੀਂ ਕੀਤੇ ਜਾ ਸਕਦੇ, ਕਿਉਂਕਿ ਇਹ ਜਿਹੜਾ ਓਏ ਹੈ ਗੁਰਬਾਣੀ ਵਿੱਚ, ਇਹ ਉਹ ਦਾ ਬਹੁਵਚਨ ਹੈ। ਜਿਵੇਂ ਅੰਗੀਕਾਰ ਉਹ ਕਰੇ ਤੇਰਾ, ਉਹ ਪ੍ਰਤੀਕ ਹੈ ਅਕਾਲ ਪੁਰਖ ਦਾ। ਪਰ ਜਦੋਂ ਬਹੁਵਚਨ ਗੱਲ ਆਉਂਦੀ ਹੈ ਉਹ ਨੂੰ ਫੇਰ ਬਣਾ ਉਹ ਹਾਹਾ ਉੱਡ ਜਾਂਦਾ ਹੈ, ਈੜੀ ਨੂੰ ਹੁਸ਼ਿਆਰੀ ਆ ਜਾਂਦੀ। ਜਿਵੇਂ ਓਏ ਜੋ ਦੀਸੈ ਅੰਬਰ ਤਾਰੇ, ਕਿਨ ਓਏ ਚੀਤੇ ਚੀਤਨ ਹਾਰੇ। ਇਸੇ ਤਰ੍ਹਾਂ ਓਏ ਅੱਖਰ ਇਨ ਮੈਂ ਨਾਹੇ, ਜਿਹੜੇ ਪ੍ਰਮਾਤਮਾ ਦੀ ਵਿਆਖਿਆ ਕਰ ਸਕਦੇ ਨੇ ਉਹ ਅੱਖਰ ਇਹਨਾਂ ਵਿੱਚ ਨਹੀਂ। ਯਾਨੀ ਇਹਨਾਂ ਅੱਖਰਾਂ ਨਾਲ ਪ੍ਰਮਾਤਮਾ ਦੀ ਗੱਲ ਕੀਤੀ ਜਾ ਸਕਦੀ ਹੈ ਪਰ ਮੁਕੰਮਲ ਨਹੀਂ। ਸਾਰੇ ਵੇਦ, ਸਾਰੀਆਂ ਸਿਮਰਤੀਆਂ, ਪੁਰਾਣ, ਕੁਰਾਨ, ਬਾਈਬਲ, ਤੌਰੇਤ, ਗੁਰੂ ਗ੍ਰੰਥ ਸਾਹਿਬ, ਹੋਰ ਸਾਰੇ ਗ੍ਰੰਥ ਪ੍ਰਮਾਤਮਾ ਦੀ ਤੇ ਗੱਲ ਕਰਦੇ ਨੇ। ਇਹ ਥੋੜਾ ਕਿਹਾ ਗਿਆ ਵੀ ਗੱਲ ਕਰਨੀ ਨਹੀਂ, ਲਿਖਣੀ ਨਹੀਂ, ਪਰ ਇਹ ਕਿਹਾ ਗਿਆ ਹੈ ਵੀ ਤੁਸੀਂ ਉਹਦਾ ਅੰਤ ਨਹੀਂ ਪਾ ਸਕਦੇ। ਇਹ ਭੂਮਿਕਾ ਹੈ। ਪਹਿਲੇ 5 ਪਦਿਆਂ 'ਚ ਕਬੀਰ ਸਾਹਿਬ 52 ਅੱਖਰੀ ਦੀ ਭੂਮਿਕਾ ਸਾਡੇ ਸਾਹਮਣੇ ਰੱਖ ਕੇ ਨੇ ਬਈ ਪ੍ਰਮਾਤਮਾ ਦੀਆਂ ਗੱਲਾਂ ਕਰਕੇ ਈਗੋ 'ਚ ਨਹੀਂ ਆਉਣਾ ਵੀ ਮੈਂ ਪ੍ਰਮਾਤਮਾ ਬੜਾ ਕੁਛ ਲਿਖ ਦਿੱਤਾ, ਬੜਾ ਕੁਛ ਕਹਿ ਦਿੱਤਾ। ਇਹਨਾਂ ਅੱਖਰਾਂ ਰਾਹੀਂ ਤੂੰ ਉਹਦੇ ਬਾਰੇ ਕੁਛ ਵੀ ਨਹੀਂ ਕਹਿ ਸਕਦਾ। ਇੱਕ ਥਾਂ ਤੇ ਕਲਗੀਆਂ ਵਾਲੇ ਦੇ ਵੀ ਬਚਨ ਆਉਂਦੇ ਨੇ ਨਾ, ਮਹਾਰਾਜ ਕਹਿੰਦੇ ਨੇ ਕਾਗਦ ਦੀਪ ਸਭੈ ਕਰਕੇ ਅਰ ਸਾਤ ਸਮੁੰਦਰਨ ਕੋ ਮਸ ਕਹਿ ਕਾਟ ਬਨਾਸਪਤੀ ਸਗਰੀ ਲਿਖ ਬਹਿੂ ਕੇ ਲੇਖਨ ਕਾਜ ਬਣਾਏ ਹੋ ਸਾਰਸੁਤੀ ਬਖਤਾ ਕਰਕੇ जुग कोट गणेश के हाथ लिखे हों काल कृपान बिना बिनती ना तऊ प्रभ तुमको नैक रजय हो। मैं थोड़े ਜਿਹੇ अर्थ कर दिया। लिखण वास्ते कागज चाहिए, कलम दवात चाहिए, हथ चाहिए ने, रा मटीरियल भी दिमाग में चाहिए, ता ही लिखोगे, अदरवाइज की लिखोगे। कलगीधर पातशाह धन गुरु गोबिंद सिंह महाराज कहते ने जे मैं सारे दीप जेड़े ने उन्हां नूं कागज बना ला। धरती दे कोई 9 द्वीप मानता है, कोई 7 मानता है, मीनस सारी धरती नूं कागज बना ला। हुण एडा वड्डा कागज है तो शाही भी होनी चाहिए है। महाराज शाही कादी बनाओगे? महाराज कह लगे 7 समुद्रां दी मैं शाही बना ला। सच्चे पातशाह धरती नूं कागज बना लिया, समुद्र नूं शाही बना लिया, तो फिर कलमां भी उस हिसाब नाल चाहिदियां ने ना। महाराज कह लगे सारी बनस्पति कट के मैं कलमा बना दियां, सारे रुख, सारे पेड़ पौधे कट के उहदियां कलमां कट दियां, ते फिर होर की करा। काट बनास्पति सगरी लिख बहू के लेखन काज बनाए हो सारसुती बक्ता करके। बक्ता कहंदे बोलण वाले नूं, एक बोलण ते होना चाहिए, एक लिखण ते होना चाहिए। ते सरस्वती देवी जिहड़ी है विद्या दी देवी मन्नी गई है, वो कहंदे ने बड़ा शुद्ध बोलदी है ते बड़ा तेज तेज बोलदी है, उहनूं मैं वक्ता बना दियां। ते फिर पता की हजूर लिखते ने जुग कोट गणेश के हाथ लिखे हो। एक मनौत है भी गणेश की हैंड राइटिंग बड़ी वधिया, तेज तेज लिखता है। जुग 2 कोट करोड़ 2 करोड़ गणेश समुद्र के किनारे 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 बिठा दें भी लिखो, ਉਹਦੀ तारीफ लिखो। ते अखीर च कहते ने काल कृपान हे अकाल पुरख वैगुरु बिना बिनती। ये 2 करोड़ गणेश जो लिखणगे, 2 करोड़ सरस्वतियां जो लिखाणगियां, समुची धरती का कागज बना के समुचे समुद्र की शाही और सारी बनस्पति दियां कलमां नाल जो कुछ भी लिखणगे ना, वो एक बिनती हो सकती है, एक अरदास हो सकती है, तेरी व्याख्या नहीं हो सकती। काल कृपान बिना बिनती ना तऊ प्रभ तुमको नैक रिजय हो। तेनू असी रिझा नहीं सकते, तेरी मुकम्मल व्याख्या नहीं कर सकते। ये अखर खिर जाहेंगे ओए अखर इन मैं नाही। पर नाल फिर लगदे हथे भी लिख दिता जहां बोल तह अक्षर आवा। भाई अक्षरां तो बिना असी किसे नाल बोल नहीं सकते, कोई गलबात नहीं कर सकते, कोई किसी किस्म की डिबेट, किसी किस्म का विचार वटांदरा अखरां तो बिना किवें हो जाएगा।
इसलिए जिथे भी तुसी गलबात करनी है, बोलना चलना है, उत्थे भाई अखरां दे माध्यम नाल ही बोलिया जा सकता है। यही कारण है बई विद्या नूं सिखिज़म ने बड़ी तरजीह दी। गुरु नानक साहब सच्चे पातशाह नूं छोटी जी आरबला विच वेख के किसे वेले असी मेहता कल्याणदास जी दी नैगेटिविटी ते प्रचारने आ, उन्हें चपेट मारी। बापू कल्याणदास जी ने गुरु नानक नूं इदां कहा उदां कहा। बच्चों खिमा करना प्यारिओ, प्यो बच्चों नूं जदों डांटदा है ना, उदों भी भले वास्ते डांटदा है। और कदी कदाई अग बबूला होके हथ भी इदां कस ले ना, हुंदा उहदे च भी भला ही है। ये गल वखरी है बई समा बदल गया। इत्थे साडे ते फिर भी थोड़ा बहुता घूर लईदा ते विदेशां विच ते ਉਹ ਬੱਚਿਆਂ ਨੂੰ ਜਾਂਦਿਆਂ ਪਹਿਲਾਂ ਗੱਲ ਹੀ ਇਹ ਦੱਸਦੇ ਨੇ ਵੀ ਤੈਨੂੰ ਕੋਈ ਮਾਰੇ ਝਿੜਕੇ ਤੇ ਤੂੰ ਆ 91 ਦੇ ਉੱਤੇ ਫੋਨ ਕਰਨਾ ਹੈ। ਉਹ ਇੱਕ ਵਾਰ ਆ ਕੇ ਤੁਹਾਨੂੰ ਵਾਰਨਿੰਗ ਦਿੰਦੇ ਨੇ, ਦੂਜੀ ਤੀਜੀ ਵਾਰੀ ਉਹ ਬੱਚਾ ਲੈ ਜਾਂਦੇ ਨੇ। ਉਹ ਕਹਿੰਦੇ ਨੇ ਵੀ ਬੱਚਾ ਹੁਣ ਤੁਹਾਨੂੰ ਦੇਣਾ ਨਹੀਂ ਅਸੀਂ, ਤੁਸੀਂ ਇਹਨੂੰ ਮਾਰ ਦਿਓ ਕੁੱਟ ਦਿਓ। ਪਰ ਇਹ ਭੁੱਲ ਗਏ ਵੀ ਜਿੰਨਾ ਮਮਤਾ, ਜਿੰਨਾ ਮੋਹ, ਜਿੰਨਾ ਇਹਨਾਂ ਦੇ ਬ੍ਰਾਈਟ ਫਿਊਚਰ ਦੀ ਉਹਨੂੰ ਟੈਨਸ਼ਨ ਹੈ, ਜਿੱਥੇ ਤੁਸੀਂ ਲਿਜਾ ਕੇ ਰੱਖਣਾ ਉੱਥੇ ਇਹਦੀ ਕਿਹਨੂੰ ਟੈਨਸ਼ਨ ਹੈ। ਗੁਰ ਕੰਭਾਰ ਸਿਸ ਕੁੰਭ ਹੈ, गड़ गड़ काढ़े खोट, अंतर हाथ सहार दे बाहर मारे चोट। कोई कमियार कच्चे भांडे नूं थापियां मार रहा सी। पांधी लंघण वाला कहन लगा महाराज जे इहनूं मार मार के तोड़ना सी ते बनाया क्यों है? वो कहन लगा मैं तोड़ नहीं रहा, मार जरूर रहा वां, इहनूं बनाण लग्गिया थोड़ा जिहा टेढ़ा बन गया, विच चिब पै गए। मैं एक हथ अंदर रखिया होया ते बाहरों थापी नाल पोला पोला इहनूं मैं थापड़ना वां, ਇਹਦਾ ਚਿੱਬ ਨਿਕਲ ਜਾਏ, ਪੱਕਣ ਤੋਂ ਬਾਅਦ ਜਦੋਂ ਬਾਜ਼ਾਰ 'ਚ ਜਾਏ 2 ਪੈਸੇ ਦਾ ਮੁੱਲ ਪੈ ਜਾਏ, ਜੇ ਚਿੱਬ ਰਿਹਾ ਤੇ ਇਹਨੂੰ ਕਿਸੇ ਨੇ ਲੈ ਕੇ ਹੀ ਨਹੀਂ ਜਾਣਾ, ਸਾਰੇ ਘੜੇ ਵਿਕ ਜਾਣਗੇ, ਇਹਨੇ ਘੁਮਿਆਰ ਦੀ ਦੁਕਾਨ 'ਚ ਹੀ ਪੈ ਰਹਿਣਾ। ਮੈਂ ਤੇ ਇਹਨੂੰ ਸਵਾਰਨਾ ਵਾਂ ਪਿਆ ਵੀ ਇਹਦੀ ਵੀ ਕੀਮਤ ਪੈ ਜਾਏ। ਉਸਤਾਦ, ਮਾਂ, ਪਿਓ ਬਈ ਘੂਰਦਾ ਹੈ, ਕਿਸੇ ਵੇਲੇ ਥਾਪੜ ਵੀ ਦਏ ਤੇ ਉਹ ਤੁਹਾਡੀ ਕੀਮਤ ਕੂਤ ਵਧਾਉਣ ਵਾਸਤੇ ਹੈ, ਭਲੇ ਵਾਸਤੇ ਹੈ, ਬੁਰੇ ਵਾਸਤੇ ਨਹੀਂ। ਖੈਰ, गुरु नानक साहब सच्चे पातशाह नूं कई बार मेहता कल्याणदास जी ने झिड़किया झंबिया भी, क्योंकि आखिर वो पिता सी। ते एक दिन विहड़े विच खेडदियां वेख के ते मन विच विचार आई, कहन लगे मना सियाणे लोकां दा इह कथन है भी जिहड़े माँ प्यो बच्चिआं नूं पढ़ांदे नहीं ना, वो वास्तव च माँ प्यो नहीं, वो बच्चिआं दे दुश्मन हो निबड़दे ने। बहु गुणी अलावै सुत ना पढ़ावै, सो शत्रु समतात, न शोभा पाऊ दरब खटाऊ जग में ये बख्यात। जग विच ये गल प्रगट है भी पढ़े लिखे बंदे दे मुकाबले ते अनपढ़ बंदा ना ते धन कमा सकदा है, ना ही उन्होंने शोभा प्राप्त हो सकती है। और इस तरह की प्रॉपर्टी है, सानू टेंशन रहिंदी है भी तू तो बड़ा वेसला है, तेरे ते प्लाट ते भी किसी ने कब्जा कर लेना, तेरी ते जमीन ते भी किसी ने कब्जा कर लेना। विद्या दिती हुई जिहड़ी बच्चे नूं है ਉਹਦੇ ਬਾਰੇ ਟੈਨਸ਼ਨ ਕਰਨ ਦੀ ਲੋੜ ਨਹੀਂ। ਤੁਹਾਡੇ ਅੱਖਾਂ ਮੀਟਣ ਤੋਂ ਬਾਅਦ ਵੀ ਉਹਦੇ ਤੇ ਕੋਈ ਕਬਜ਼ਾ ਨਹੀਂ ਕਰ ਸਕੇਗਾ, ਉਹ ਉਹਦੇ ਨਾਲ ਰਹੇਗੀ। ਇਸ ਲਈ ਅਸਲ ਪ੍ਰੋਪਰਟੀ ਜਿਹੜੀ ਹੈ ਬੱਚਿਆਂ ਦੀ ਉਹ ਐਜੂਕੇਸ਼ਨ ਹੈ। ਜਿਹਦੇ ਕੋਲ ਬਈ 4 ਅੱਖਰ ਨੇ, ਵਿਦਿਆ ਹੈ ਔਰ 8-10 ਘੰਟੇ ਸਰੀਰ ਨੂੰ ਖੇਚਲ ਦੇ ਲੈ, ਉਹਨੂੰ ਪੂਰੀ ਗਲੋਬਲ ਤੇ ਜਿੱਥੇ ਮਰਜ਼ੀ ਚਲਾ ਜਾਏ, ਰਿਜ਼ਕ ਦੀ ਕਾਦੀ ਕਮੀ ਹੈ? ਕੋਈ ਰਿਜ਼ਕ ਦੀ ਕਮੀ ਨਹੀਂ। ਕਦੀ ਨਾ ਕਦੀ विद्या की कदर जिंदगी च, ठीक है बेरोजगारी बहुत है, सानू ये शिकवा है भी जॉबां नहीं मिलदियां, पर किसी भी व्यक्ति कोल कोई फन होवे, कोई उहदे कोल स्किल होवे, मैं वेख्या अपनी हयाती च जिंदगी च उहनूं 1 2 3 चांस जरूर मिलते हैं, भावें पछड़ के मिल, उहदे कोल होवे सही कुछ ते होवे ही ना, फिर तो डिफरेंट स्टोरी है। इसलिए बहुत गुणी अलावै, गुणी लोग कहते हैं सुत ना पढ़ावैं, पुत्र नूं जिहड़ा नहीं पढ़ांदा सो शत्रु समतात, वो प्यो नहीं वो दुश्मन है। ना शोभा पाऊ दरब खटाऊ जग में ये बख्यात। ये गल ते जग जाहिर है बई जिहड़े बच्चे नूं तुसीं अनपढ़ रखिया है वो माया नहीं कमा सकदा, और ਉਹਨੂੰ इज्जत मान भी समाज दे विच उन्ना नहीं मिलता। इस वास्ते पढ़न नूं गुरमत ने कंडैम नहीं किया। इत्थे सिर्फ गल इन्नी है भी जिन्ना मर्जी कोई पढ़ लवे, इन्हां अखरां दे माध्यम नाल वाहगुरू दी मुकम्मल व्याख्या नहीं हो सकती।
इस वास्ते भाई ਇਹ ਇਸ ਤਰ੍ਹਾਂ ਦੀ ਬਿਰਤੀ ਲੈ ਕੇ ਨਹੀਂ ਇਸ ਪਾਸੇ ਤੁਰਨਾ, ਉਹਦੇ ਵਿੱਚ ਅਭੇਦ ਹੋਣ ਵਾਸਤੇ ਤੁਰਨਾ ਹੈ। ਉਂਝ ਜਹਾਂ ਬੋਲ ਤੈ ਅਛਰ ਆਵਾ, ਜਿੱਥੇ ਵੀ ਬੋਲ ਬਾਣੀ ਹੈ ਉਹ ਅਕਸ਼ਰਾਂ ਦੇ ਮਾਧਿਅਮ ਨਾਲ ਹੁੰਦੀ ਹੈ। ਜਹਾਂ ਅਬੋਲ ਤੈ ਮਨ ਨਾ ਰਹਾਵਾ, ਤੇ ਜਿੱਥੇ ਬੋਲਿਆ ਨਹੀਂ ਜਾਂਦਾ ਤੈ ਮਨ ਨਾ ਰਹਾਵਾ। ਵੇਖੋ ਨਾ ਬਈ ਤੁਸੀਂ ਕਿਸੇ ਨੂੰ ਉਂਝ ਕੋਈ ਘੰਟਾ 2 ਘੰਟੇ ਚੁੱਪ ਕਰ ਜਾਏ ਵੱਖਰੀ ਗੱਲ ਹੈ, ਤੁਸੀਂ ਕੰਡੀਸ਼ਨ ਲਾ ਦਿਓ ਵੀ ਤੂੰ 2 ਘੰਟੇ ਬੋਲਣਾ ਨਹੀਂ, ਬੜਾ ਔਖਾ ਹੋ ਜਾਏਗਾ, ਮਨ ਤੇ ਨਹੀਂ ਨਾ ਰਹਿੰਦਾ। ਹੁਣ ਅਗਲੀ ਪੰਕਤੀ ਬੜੀ ਡੂੰਘੀ ਹੈ, ਬੋਲ ਅਬੋਲ ਮੱਧ ਹੈ, ਬੋਲ ਤੇ ਅਬੋਲ ਦੇ ਮੱਧ ਹੈ ਸੋਈ। ਜਿਹੜਾ ਬੋਲਣ ਵਿੱਚ ਆਉਂਦਾ ਹੈ, ਜੋ ਕੁਝ ਵੀ ਅਸੀਂ ਆਪੇ ਚ ਵਿਹਾਰ ਕਰਨੇ ਆ, ਡਿਸਕਸ ਕਰਨੇ ਆ, ਡਿਬੇਟ ਕਰਨੇ ਆ, ਇਹਦੇ ਵਿੱਚ ਵੀ ਪ੍ਰਮਾਤਮਾ ਹੀ ਹੈ, ਇਹਨਾਂ ਅੱਖਰਾਂ ਵਿੱਚ ਵੀ ਪ੍ਰਮਾਤਮਾ ਹੀ ਹੈ। ਤੇ ਜਿੱਥੇ ਪ੍ਰਮਾਤਮਾ ਦੇ ਸੰਬੰਧ ਚ ਮਨ ਨਾ ਰਹਾਵਾ, ਬੋਲਿਆ ਨਹੀਂ ਜਾਂਦਾ, ਉੱਥੇ ਵੀ ਪ੍ਰਮਾਤਮਾ ਹੀ ਹੈ। ਬੋਲ ਅਬੋਲ ਮੱਧ, ਬੋਲਣ ਵਿੱਚ ਤੇ ਨਾ ਬੋਲਣ ਦੇ ਵਿੱਚ ਸੋਈ ਉਹ ਅਕਾਲ ਪੁਰਖ ਹੀ ਹੈ। ਔਰ ਜਸ ਉਹ ਹੈ ਤਸ ਲਖੈ ਨਾ ਕੋਈ, ਲਖੈ ਮੈਨੇ ਵੇਖਣਾ। ਪਰ ਇਹ ਵੀ ਗੱਲ ਨਾਲ ਹੈ ਵੀ ਜਿਸ ਤਰ੍ਹਾਂ ਦਾ ਉਹ ਪ੍ਰਮਾਤਮਾ ਹੈ, ਹੂ ਬਹੂ ਉਹਨੂੰ ਉਸ ਤਰ੍ਹਾਂ ਵੇਖ ਕੇ ਕੋਈ ਵਿਆਖਿਆ ਇਹਨਾਂ ਅੱਖਰਾਂ ਦੇ ਮਾਧਿਅਮ ਨਾਲ ਕਰ ਵੀ ਨਹੀਂ ਸਕਦਾ। ਇਹ ਮਨੁੱਖ ਦੀ ਵਿਡੰਬਣਾ ਹੈ, ਨਹੀਂ ਕਰ ਸਕਦਾ। ਅਲਹਿ ਲਹੋਂ ਤੋਂ ਕਿਆ ਕਹੋ, ਕਹੋ ਤਕੋ ਉਪਕਾਰ, ਬਟਕ ਬੀਜ ਮੈਂ ਰਵ ਰਹੇ ਜਾਂ ਕੇ 3 ਲੋਕ ਵਿਸਥਾਰ। ਅਸਲ ਸ਼ਬਦ ਹੈ ਲਹਿ, ਲੱਲਾ ਹਾਹਾ ਲਹਿ, ਲੈਣਾ, ਪ੍ਰਾਪਤ ਕਰਨਾ। ਅਲਹਿ ਜਿਹਨੂੰ ਪ੍ਰਾਪਤ ਨਹੀਂ ਕੀਤਾ ਜਾ ਸਕਦਾ, ਜਿਹੜਾ ਪ੍ਰਮਾਤਮਾ ਪ੍ਰਾਪਤ ਕਰਨਾ ਬੜਾ ਔਖਾ ਹੈ। ਜੇ ਮੈਂ ਉਹਨੂੰ ਪ੍ਰਾਪਤ ਕਰ ਵੀ ਲਵਾਂ, ਕਬੀਰ ਸਾਹਿਬ ਕਹਿੰਦੇ ਨੇ ਅਲਹਿ ਲਹੋਂ, ਜੇ ਮੈਂ ਉਸ ਨਾ ਲੱਭੇ ਜਾਣ ਵਾਲੇ ਨੂੰ ਲੱਭ ਲਵਾਂ ਤਾਂ ਕਿਆ ਕਹੂੰ, ਤਾਂ ਫਿਰ ਮੈਂ ਪੂਰਨ ਤੌਰ ਤੇ ਕਹਿ ਨਹੀਂ ਸਕਦਾ ਵੀ ਮੈਂ ਉਹਨੂੰ ਲੱਭ ਲਿਆ ਹੈ ਔਰ ਉਹ ਇਦਾਂ ਦਾ ਹੈ। ਪਰਮਾਤਮਾ ਨੂੰ ਪ੍ਰਾਪਤ ਕਰਨਾ ਇਦਾਂ ਜਿੱਦਾਂ 5 6 8 ਨੇਤਰਹੀਨ ਲੈ ਆਵੋ, ਹਾਥੀ ਖੜਾ ਕਰ ਦਿਓ, ਇੱਕ ਨੂੰ ਉਹਦੀ ਲੱਤ ਦੇ ਨਾਲ ਹੱਥ ਲਾ ਦਿਓ ਤੇ ਉਹਨੂੰ ਕਹੇ ਇਹਨੂੰ ਟੋਹ ਕੇ ਵੇਖੋ, ਜੱਫਾ ਮਾਰੇ, ਪਿੱਛੇ ਢਾ ਦਿਓ, ਕਿਵੇਂ ਦਾ ਹੈ? ਉਹ ਕਹੇਗਾ ਜੀ ਪਿੱਲਰ ਵਰਗਾ ਹੈ। ਇੱਕ ਨੂੰ ਪੂਛ ਦਿਖਾ ਦਿਓ, ਉਹ ਕਹੇਗਾ ਜੀ ਲੋਹੇ ਦੀਆਂ ਤਾਰਾਂ ਵਰਗਾ ਹਾਥੀ ਹੁੰਦਾ ਹੈ। ਸੁੰਨ ਵਿਖਾ ਦਿਓ, ਹੋਰ ਵਿਆਖਿਆ ਕਰੇਗਾ। ਪੇਟ ਦੁਆਲੇ ਹੱਥ ਫੇਰ ਦਿਓ ਤੇ ਹੋਰ ਵਿਆਖਿਆ ਕਰੇਗਾ। ਗਲਤ ਕੋਈ ਵੀ ਨਹੀਂ ਕਰ ਰਿਹਾ, ਪਰ ਮੁਕੰਮਲ ਵੀ ਕੋਈ ਨਹੀਂ ਕਰ ਰਿਹਾ। ਇੱਕ ਨੇ ਲੱਤ ਨੂੰ ਜੱਫਾ ਮਾਰਿਆ, ਇੱਕ ਨੇ ਸੁੰਨ ਟੋਈ, ਇੱਕ ਨੇ ਪੂਛਲ ਟੋਈ, ਜਿਹਨੇ ਜਿਵੇਂ ਜਿਵੇਂ ਵੇਖਿਆ। ਹੋਰ ਬੇਨਤੀ ਕਰਾਂ, ਸਿਧਾਂਤ ਕੀ ਹੈ? ਅਸੀਂ ਕਹਿੰਦੇ ਹਾਂ ਜੀ ਅੱਜ ਕੱਲ੍ਹ ਨਾ ਇੱਕ ਸਿਧਾਂਤ ਸ਼ਬਦ ਬੜਾ ਪ੍ਰਚਲਿਤ ਹੈ। ਵੇਖੋ ਜੀ ਸਿਧਾਂਤ ਦੀ ਗੱਲ ਕਰਨੀ ਚਾਹੀਦੀ ਹੈ, ਵੇਖੋ ਜੀ ਸਿਧਾਂਤ ਤੇ ਪਹਿਰਾ ਦੇਣਾ ਚਾਹੀਦਾ ਹੈ। ਤੇ ਮੈਨੂੰ ਖਿਮਾ ਕਰਨਾ, ਮੇਰਾ ਇਹ ਦਾਵਾ ਨਹੀਂ ਵੀ ਮੈਂ ਬੜਾ ਆਲਮ ਫਾਜ਼ਲ ਹਾਂ, ਪਰ ਉਂਝ ਨਾ ਜ਼ਿਆਦਾਤਰ ਮੈਂ ਵੇਖਿਆ, ਐਨਾਲਿਸਿਸ ਕੀਤਾ ਵੀ ਨੀਮ ਹਕੀਮ ਖਤਰਾ ਜਾਨ। ਜੇ ਪੁੱਛ ਲਈਏ ਸਿਧਾਂਤ ਕੀ ਹੈ, ਤੂੰ ਦੱਸ ਸਿਧਾਂਤ ਕੀ ਹੈ? ਪਿਆਰਿਓ ਸਿਧਾਂਤ ਕੀ ਹੈ? ਵਿਚਾਰਧਾਰਾ, ਪ੍ਰਿੰਸੀਪਲ। ਇਸਲਾਮ ਦਾ ਆਪਣਾ ਹੈ, ਕ੍ਰਿਸਚਨੈਲਿਟੀ, ਇਹਨੂੰ ਥੋੜਾ ਸਮਝਿਆ ਜੇ। ਇੱਕ ਚਬਾਰਾ ਹੈ ਉੱਪਰ ਆਕਾਸ਼ ਦੇ, ਤੀਜੀ ਚੌਥੀ ਛੱਤ ਤੇ, ਉਹਦੀਆਂ 3 ਵਿੰਡੋ ਨੇ ਜਾਂ 4 ਵਿੰਡੋ ਨੇ। ਇੱਕ ਬੰਦੇ ਨੇ ਪੂਰਬ ਦਿਸ਼ਾ ਵਾਲੀ ਵਿੰਡੋ ਖੋਲ ਕੇ ਆਕਾਸ਼ ਵੱਲ ਤੱਕਿਆ, ਉਧਰ ਚੰਦਰਮਾ ਸੀ, ਔਰ ਉਹਨੇ ਲਿਖ ਦਿੱਤਾ ਵੀ ਮੈਂ ਇਤਨੇ ਵੱਜ ਕੇ ਇਤਨੇ ਮਿੰਟ ਤੇ ਆਕਾਸ਼ ਵੱਲ ਤੱਕਿਆ ਔਰ ਉੱਥੇ ਚੰਦਰਮਾ ਸੀ। ਹੁਣ ਜਿਹੜੇ ਉਹਦੇ ਵਿਪਰੀਤ ਦਿਸ਼ਾ ਵਾਲੇ ਨੇ ਤੱਕਿਆ, ਉਹਨੂੰ ਤੇ ਚੰਦਰਮਾ ਦਿਸਿਆ ਨਹੀਂ, ਉਹਨੇ ਲਿਖ ਦਿੱਤਾ ਵੀ ਚੰਦਰਮਾ ਨਹੀਂ। ਤੀਜੀ ਦਿਸ਼ਾ ਵਾਲੇ ਨੇ ਲਿਖ ਦਿੱਤਾ ਵੀ ਤਾਰੇ ਨੇ, ਚੌਥੀ ਵਾਲੇ ਨੇ ਕੁਝ ਹੋਰ ਲਿਖ ਦਿੱਤਾ। ਗਲਤ ਕਿਸੇ ਨੇ ਵੀ ਨਹੀਂ ਲਿਖਿਆ, ਧਿਆਨ ਦਿਆ ਜੇ, ਪਰ ਮੁਕੰਮਲ ਵੀ ਕਿਸੇ ਨੇ ਨਹੀਂ ਲਿਖਿਆ। ਜਦੋਂ ਗੁਰੂ ਨਾਨਕ ਲਿਖਣ ਲੱਗੇ ਨਾ, ਉਹ ਚਬਾਰੇ 'ਚ ਵੜੇ ਹੀ ਕੋ ਨਹੀਂ ਗਏ, ਉਹ ਖੁੱਲੇ ਅਸਮਾਨ ਥੱਲੇ ਖੜੇ ਹੋ ਗਏ। ਲੰਬੀ ਸਾਰੀ ਉਹਨਾਂ ਕੋਲ ਦੂਰਬੀਨ, ਉਹਨਾਂ ਨੇ ਤੱਕਿਆ ਤੇ ਉਹ ਕਹਿਣ ਲੱਗੇ ਪਾਤਾਲਾਂ ਪਾਤਾਲ, ਲੱਖ ਆਗਾਸਾਂ ਆਗਾਸ, ਓੜਕ ਓੜਕ ਭਾਲ ਥੱਕੇ, ਵੇਦ ਕਹਿਣ ਇੱਕ ਬਾਤ, ਸਹਸ 18 ਕਹਿਣ ਕਤੇਬਾ, ਅਸੁਲੂ ਇੱਕ ਧਾਤ। ਫਿਰ ਖਿਆਲ ਆਇਆ ਨਾਨਕਾ, ਤੇਰੀ ਦੂਰਬੀਨ ਦੀ ਪਹੁੰਚ ਹੋ ਸਕਦਾ ਬਾਉਣੀ ਹੋਵੇ, ਜਿੱਥੋਂ ਤੱਕ ਇਹ ਵਹਿੰਦੀ ਉੱਥੋਂ ਤੱਕ ਅਗਾਂਹ ਵੀ ਕੁਛ ਹੋਵੇ। ਫਿਰ ਕਹਿਣ ਲੱਗੇ ਲੇਖਾ ਹੋਏ ਤਾਂ ਲਿਖੀ ਹੈ, ਲੇਖਾ ਹੋਏ, ਮੈਥੇਮੈਟਿਕਸ ਮੁੱਕ ਜਾਂਦਾ ਹੈ। ਮੈਂ ਕੀ ਕਰਾਂ?
ਜਿੱਥੋਂ ਕੁ ਤੱਕ ਮੈਨੂੰ ਦਿਸਿਆ ਲੱਖਾਂ ਹੀ ਪਤਾਲ ਤੇ ਆਕਾਸ਼ ਨੇ। ਉਹਨਾਂ ਵਿੰਡੋ ਥਾਣੀ ਵੇਖਿਆ ਹੀ ਨਹੀਂ, ਉਹਨਾਂ ਖੁੱਲੇ ਅਸਮਾਨ ਥੱਲੇ ਵੇਖਿਆ। ਔਰ ਗਲਤ ਮੁਹੰਮਦ ਵੀ ਨਹੀਂ ਕਹਿ ਰਿਹਾ, ਗਲਤ ਈਸਾ ਵੀ ਨਹੀਂ ਕਹਿ ਰਿਹਾ, ਗਲਤ ਮੁਹੰਮਦ ਵੀ ਨਹੀਂ ਕਹਿ ਰਿਹਾ, ਗਲਤ ਕ੍ਰਿਸ਼ਨ ਵੀ ਨਹੀਂ ਕਹਿ ਰਿਹਾ, ਗਲਤ ਰਾਮਚੰਦਰ ਵੀ ਨਹੀਂ ਕਹਿ ਰਿਹਾ। ਜਿੰਨੀ ਕਿਸੇ ਦੀ ਪਹੁੰਚ ਹੈ ਉਹਨਾਂ ਦੱਸ ਦਿੱਤਾ। ਗੁਰੂ ਨਾਨਕ ਦੀ ਪਹੁੰਚ ਬਹੁਤ ਜ਼ਿਆਦਾ ਹੈ, ਉਹਨਾਂ ਦੱਸ ਦਿੱਤਾ। ਫਿਰ ਇਹ ਵੀ ਦੱਸ ਦਿੱਤਾ ਵੀ ਜਿੱਥੋਂ ਤੱਕ ਮੈਂ ਵੇਖਿਆ ਇੱਥੋਂ ਤੱਕ ਬਸ ਨਹੀਂ ਹੁੰਦੀ, ਉਹਦਾ ਖਲਾਰਾ ਹੋਰ ਵੀ ਅੱਗੇ ਤੱਕ ਹੈ। ਮੈਂ ਲੱਖ ਸ਼ਬਦ ਵਰਤਿਆ, ਪਤਾਲਾਂ ਪਤਾਲ, ਲੱਖ ਅਗਾਸਾਂ ਅਗਾਸ ਸ਼ਬਦ ਵਰਤਿਆ, ਮੈਂ ਅਸੰਖ ਸ਼ਬਦ ਵੀ ਵਰਤਿਆ, ਪਰ ਉੱਥੇ ਮੈਥਮੈਟਿਕ ਮੁੱਕ ਜਾਂਦਾ। ਮੈਂ ਕੀ ਕਰਾਂ? ਇਹ ਨਾ ਸਮਝ ਲੈਣਾ ਵੀ ਇੰਨਾ ਹੀ ਹੈ। ਉਹ ਧਰਤੀ ਹੋਰ ਪਰ ਹੈ, ਹੋਰ ਤਿਸ ਤੇ ਪਾਰ ਤਲੇ ਕਮਨਜੋਰ। ਇਹ ਗੁਰੂ ਨਾਨਕ ਦੀ ਦੂਰਬੀਨ ਹੈ। ਇਸ ਵਾਸਤੇ ਜੇ ਮੈਂ ਉਹਨੂੰ ਲੱਭ ਵੀ ਲਵਾਂ ਤੇ ਮੈਂ ਉਹਦੀ ਵਿਆਖਿਆ ਕੀ ਕਰਾਂ? ਅਲਾਹ ਲਾਹੋਂ, ਅਲੱਭ ਨੂੰ ਲੱਭ ਲਵਾਂ ਤੋ ਕਿਆ ਕਹੂੰ? ਕਿਵੇਂ ਕਵਾਂਗਾ, ਵਿਆਖਿਆ ਕਿਵੇਂ ਕਰਾਂਗਾ? ਜੇ ਕਰ ਬੈਠਾ ਤੇ ਕਿਸੇ ਸਿਆਣੇ ਦੇ ਸਾਹਮਣੇ ਸ਼ਰਮਿੰਦਾ ਹੋਵਾਂਗਾ। ਉਹ ਕਹੇਗਾ ਇਹ ਕੀ ਖਿਚੜੀ ਘੋਲ ਦਿੱਤੀ ਹੈ, ਤੂੰ ਸੁਲਤਾਨ ਕਹਾਂ ਹੋ ਮੀਆਂ। ਕਿਸੇ ਥਾਣੇਦਾਰ ਨੂੰ ਘੜੀ ਮੁੜੀ ਆਖੀਏ ਹੋਰ ਹੌਲਦਾਰ ਜੀ ਕੀ ਹਾਲ ਹੈ, ਹੋਰ ਹੌਲਦਾਰ ਜੀ ਕੀ ਹਾਲ, ਉਹਨੇ ਖੁਸ਼ ਥੋੜਾ ਹੋਣਾ, ਉਹਨੇ ਤਾਂ ਨਾਰਾਜ਼ ਹੋਣਾ ਹੈ ਨਾ। ਸਾਡੀ ਕੀਤੀ ਹੋਈ ਤਾਰੀਫ ਕਈ ਵਾਰਾਂ ਪ੍ਰਸੰਨ ਕਰਨ ਦੀ ਬਜਾਏ ਨਾਰਾਜ਼ ਕਰਨ ਵਾਲੀ ਹੁੰਦੀ ਹੈ। ਮੈਨੂੰ ਕਿਵੇਂ ਕਰਨਾ, ਕਿਉਂਕਿ ਬੋਧ ਨਹੀਂ ਹੁੰਦਾ। ਇਸ ਲਈ ਕਹੋ ਤਾਂ ਕੋ ਉਪਕਾਰ, ਜੇ ਮੈਂ ਉਹਨੂੰ ਲੱਭ ਵੀ ਲਵਾਂ, ਅਲਾ ਲਹੋਂ ਤਾਂ ਕਿਆ ਕਹੋ, ਕਹੋ ਤਾਂ ਕੋ ਉਪਕਾਰ। ਔਰ ਜੇ ਮੈਂ ਕੁਝ ਕਵਾਂ ਵੀ ਤੇ ਕੋਈ ਉਹਦੇ ਚ ਕਿਸੇ ਦਾ ਉਪਕਾਰ ਨਹੀਂ ਹੁੰਦਾ, ਭਲਾ ਨਹੀਂ ਹੁੰਦਾ। ਕਿਉਂ ਨਹੀਂ ਹੁੰਦਾ? ਕਿਉਂਕਿ ਮੈਂ ਠੀਕ ਕਹਿ ਹੀ ਨਹੀਂ ਸਕਦਾ। ਇਸ ਵਾਸਤੇ ਇਹ ਹਰ ਇੱਕ ਦਾ ਆਪਣਾ ਆਪਣਾ ਰਸਤਾ ਹੈ। ਜਦੋਂ ਕੋਈ ਜਗਿਆਸੂ ਇਸ ਪਾਸੇ ਤੁਰਦਾ ਹੈ, ਦੀਦਾਰ ਵਾਲੀ ਗੱਲ ਆਉਂਦੀ ਹੈ, ਦਰਸ਼ਨ ਕਰਨ ਦੀ ਤਾਂਘ ਜਾਗਦੀ ਹੈ, ਤੇ ਉਹ ਇੱਕ ਕਵੇ ਵੀ ਮੈਨੂੰ ਇਦਾਂ ਹੋਏ ਨੇ, ਹੁਣ ਦੂਜੇ ਨੂੰ ਉਦਾਂ ਹੀ ਹੋਣਗੇ। ਇਹ ਵੀ ਮੈਂ ਬੇਨਤੀ ਕਰਦਾ, ਜ਼ਰੂਰੀ ਨਹੀਂ। ਕਿਉਂਕਿ ਤੁਹਾਡੀ ਬੈਕਗ੍ਰਾਉਂਡ ਕੁਝ ਹੋਰ ਹੈ, ਉਹਦੀ ਬੈਕਗ੍ਰਾਉਂਡ ਕੁਝ ਹੋਰ ਹੈ। ਤੁਹਾਡੀਆਂ ਪਰਿਸਥਿਤੀਆਂ ਕੁਝ ਹੋਰ ਨੇ ਵਰਤਮਾਨ, ਉਹਦੀਆਂ ਕੁਝ ਹੋਰ ਨੇ। ਇਹ ਤੇ ਸਾਈਕਲ ਚਲਾਉਣ ਦੀ ਜਾਚ ਸਿੱਖਣ ਵਾਂਗੂ ਆਪਣੇ ਗਿੱਟੇ ਗੋਡੇ ਆਪ ਹੀ ਰਗੜਾਣੇ ਪੈਂਦੇ ਨੇ। ਕਿਸੇ ਦੇ ਕੋਲ ਬਹਿ ਕੇ ਸਾਈਕਲ ਚਲਾ ਕੇ ਕਿੱਦਾਂ ਚਲਾਈਦਾ ਜੀ? ਤੂੰ ਡਿੱਗਾ ਸੈਂ, ਕਿੱਥੇ ਸੱਟ ਵੱਜੀ ਸੀ? ਜ਼ਰੂਰੀ ਥੋੜਾ ਜਿੱਥੇ ਉਹਨੂੰ ਵੱਜੀ ਸੀ ਉੱਥੇ ਤੈਨੂੰ ਵੱਜੇਗੀ। ਤੂੰ ਸ਼ੁਰੂ ਹੋ ਜਾ, ਸੱਟਾਂ ਫੇਟਾਂ ਲੱਗਣਗੀਆਂ, ਸਿੱਖ ਜਾਏਗਾ। ਜਿਵੇਂ ਉਹ ਸਿੱਖਿਆ ਕੋਈ ਜ਼ਰੂਰੀ ਨਹੀਂ ਤੂੰ ਉਵੇਂ ਸਿੱਖੇ। ਇਹੀ ਸਾਈਕਲ ਚਲਾਉਣ ਵਾਲਾ ਹੀ ਸਿਲਸਿਲਾ ਉੱਧਰ। ਤੁਰਨ ਲੱਗਿਆ ਜਦੋਂ ਤੁਰ ਪਈਏ ਜਾਚ ਆਪਣੇ ਆਪ ਆਉਂਦੀ ਜਾਂਦੀ ਹੈ। ਇਹ ਵੀ ਗੱਲ ਨਾਲ ਹੈ। ਕਿਸੇ ਬੱਚੀ ਨੂੰ ਅਸੀਂ ਅਕੈਡਮੀ 'ਚ ਨਹੀਂ ਘੱਲਦੇ ਵੀ ਪੁੱਤਰ ਤੂੰ ਵੱਡੀ ਹੋ ਗਈ ਹੈ, ਤੇਰਾ ਵਿਆਹ ਕਰਨਾ, ਆਟਾ ਗੁੰਨਣਾ ਸਿੱਖ ਲੈ, ਸਬਜ਼ੀ ਬਣਾਉਣੀ ਸਿੱਖ ਲੈ, ਝਾੜੂ ਮਾਰਨਾ ਸਿੱਖ ਲੈ। ਕਿਸੇ ਨੂੰ ਨਹੀਂ ਅਸੀਂ ਸਿਖਾਉਂਦੇ। ਉਹ ਕਰ ਕਰਕੇ ਵੇਖ ਕੇ ਅੱਜ ਡਿੰਗੀ ਟੇਢੀ ਰੋਟੀ ਬਣਾਈ ਹੈ, ਇੱਕ ਪਾਸਿਓਂ ਸੜ ਗਈ ਹੈ, ਭਲਕੇ ਹੋਰ ਬੈਟਰ ਹੋ ਜਾਏਗੀ, ਪਰਸੋਂ ਹੋਰ ਬੈਸਟ ਹੋ ਜਾਏਗੀ। ਇਸੇ ਤਰ੍ਹਾਂ ਜਦੋਂ ਅਸੀਂ ਤੁਰਨੇ ਆ ਨਾ ਪਿਆਰਿਓ, ਤੇ ਆਪ ਹੀ ਜਾਚ ਆਉਂਦੀ ਜਾਂਦੀ। ਕੋਈ ਇਹਦੇ ਬਾਰੇ ਕੀ ਕਹਿ ਸਕਦਾ? ਕਹੋ ਤਾਂ ਕੋ ਉਪਕਾਰ। ਪਰ ਹਾਂ ਇੱਕ ਗੱਲ ਹੈ, ਕਹਿ ਲਗੇ ਇੰਨਾ ਕੁ ਮੈਂ ਤੁਹਾਨੂੰ ਦੱਸ ਦਿਆਂ, ਕਿੰਨਾ ਕੁ ਬਟਕ ਬੀਜ ਮੈਂ ਰੱਬ ਰਹੇ ਹੋ ਜਾਂ ਕਿ ਤੀਨ ਲੋਕ ਵਿਸਥਾਰ। ਜਿਸ ਪਰਮਾਤਮਾ ਦਾ ਵਿਸਥਾਰਾ ਤਿੰਨਾਂ ਲੋਕਾਂ 'ਚ ਨਾ, ਉਹਦਾ ਸਿਲਸਿਲਾ ਸੰਸਾਰ ਤੇ ਨਿਰੰਕਾਰ ਦਾ ਰਿਸ਼ਤਾ ਕੁਝ ਇਸ ਤਰ੍ਹਾਂ ਦਾ ਹੈ ਜਿਵੇਂ ਬੋੜ ਦੇ ਬੀਜ ਦਾ ਤੇ ਬੋੜ ਦਾ ਹੈ। ਬੋੜ ਦੇ ਬਰੀਕ ਜਿਹੇ ਬੀਜ ਵਿੱਚ ਬੋੜ ਲੁਕੀ ਹੋਈ ਹੈ ਤੇ ਬੋੜ ਵਿੱਚ ਬੇਅੰਤ ਬੀਜ ਲੁਕੇ ਹੋਏ ਨੇ। ਇਹ ਇੱਕ ਦੂਜੇ ਨਾਲ ਓਤ ਪੋਤ ਨੇ, ਇੱਕ ਦੂਜੇ ਨਾਲ ਹਲੂਲ ਨੇ। ਬਟਕ ਬੀਜ ਮੈਂ ਰਵ ਰਹੇ ਹੋ, ਬਟਕ ਬੋੜ ਬੀਜ, ਉਹਦਾ ਬੀਜ ਰਵ ਰਹੇ ਹੋ, ਰਵੇਂ ਹੋਏ ਨੇ। ਜਾ ਕੇ ਤੀਨ ਲੋਕ ਵਿਸਥਾਰ। ਹੁਣ ਅੱਗੇ ਮੈਂ ਤੁਹਾਡਾ ਧਿਆਨ ਦਵਾਵਾਂ। ਅਲਾ ਲਹਾਂ ਤੋਂ ਕਿਆ ਕਹੋ, ਕਹੋ ਤਾਂ ਕੋ ਉਪਕਾਰ। ਭਟਕ ਬੀਜ ਮੈਂ ਰਵ ਰਹੇ ਹੋ ਜਾਂ ਕੋ ਤੀਨ ਲੋਕ ਵਿਸਥਾਰ। ਅਲਾਹ ਲਹੰਤਾ ਭੇਦ ਛੈ, ਕੱਚ ਕੱਚ ਪਾਇਓ ਭੇਦ। ਹੁਣ ਜਦੋਂ ਮੈਂ ਅੱਲਾ ਨੂੰ ਲੱਭ ਲਿਆ, ਇੱਕ ਮੈਂ ਥੋੜੀ ਜੀ ਵਿਆਖਿਆ ਕਹਿਣ ਲੱਗੇ ਕਰਦੇ ਹਾਂ ਜਿੰਨੀ ਕੁ ਤੁਹਾਨੂੰ ਸਮਝ ਆ ਸਕੇ। ਕਬੀਰ ਸਾਹਿਬ ਇਹ ਵੀ ਕਹਿੰਦੇ ਨੇ ਵੀ ਕਹੋ ਤਾਂ ਕੋ ਉਪਕਾਰ, ਨਹੀਂ ਦੱਸਿਆ ਕੋਈ ਫਾਇਦਾ ਨਹੀਂ। ਫਿਰ ਵੀ ਇੱਕ ਤੇ ਗੱਲ ਬੋੜ ਤੇ ਬੋੜ ਦੇ ਬੀਜ ਵਾਲੀ ਦੱਸ ਗਿਆ, ਇੱਕ ਹੋਰ ਦੱਸਣ ਲੱਗੇ ਨੇ। ਕਿਹੜੀ? ਅਲਾ ਲਹੰਤਾ, ਜਦੋਂ ਮੈਂ ਅਲੱਭ ਨੂੰ ਲੱਭ ਲਿਆ ਤੇ ਭੇਦ ਛੈ। ਭੇਦ ਹੁੰਦਾ ਕਿਸੇ ਵਿੱਚ ਸੁਰਾਖ ਕਰਨਾ, ਕਿਸੇ ਨੂੰ ਡਿਸਟਰੋਇਰ ਮਤਲਬ ਖਤਮ ਕਰਨਾ। ਮੇਰੀ ਦੁਬਦਾ ਜਿਹੜੀ ਹੈ ਜਿੱਦਣ ਦਾ ਪ੍ਰਾਪਤ ਹੋਇਆ ਨਾ, ਦੁਚਿੱਤਾਪਨ ਜਿਹੜਾ ਸੀ ਉਹ ਖਤਮ ਹੋ ਗਿਆ।
ਦੁਚਿੱਤਾਪਨ ਪਤਾ ਕਿੱਦਾਂ ਹੁੰਦਾ, ਇਹ ਕਿਤੇ ਅੱਪੜ ਨਹੀਂ ਦਿੰਦਾ। ਜਿਵੇਂ ਤੁਸੀਂ ਗੁਰਦੁਆਰੇ ਦੀਆਂ ਪੌੜੀਆਂ ਚੜ੍ਹ ਰਹੇ ਹੋ, ਇੱਕ ਪੌੜੀ ਚੜ੍ਹ ਜਾਓ ਤੇ ਫਿਰ ਇੱਕ ਪੌੜੀ ਉੱਤਰ ਜਾਓ, ਇੱਕ ਪੌੜੀ ਚੜ੍ਹ ਜਾਓ ਤੇ ਇੱਕ ਪੌੜੀ ਉੱਤਰ ਜਾਓ, ਤੇ ਸਾਰੀ ਉਮਰ ਵੀ ਇਦਾਂ ਕਰਦੇ ਰਹੀਏ ਤੇ ਉੱਪਰ ਨਹੀਂ ਤੁਸੀਂ ਚੜ੍ਹ ਸਕਦੇ। ਇੱਕ ਕਦਮ ਸੰਸਾਰ ਵੱਲ, ਇੱਕ ਕਦਮ ਨਿਰੰਕਾਰ ਵੱਲ, ਇੱਕ ਕਦਮ ਨੇਕੀਆਂ ਵੱਲ, ਇੱਕ ਕਦਮ ਬਦੀਆਂ ਵੱਲ, ਇੱਕ ਕਦਮ ਪੁੰਨ ਵੱਲ, ਇੱਕ ਕਦਮ ਪਾਪ ਵੱਲ। ਖੇਚਲ ਬੜੀ ਹੈ, ਪਰ ਯਾਤਰਾ ਜਿੱਥੋਂ ਸ਼ੁਰੂ ਕੀਤੀ ਸੀ ਹੁਣ ਵੀ ਉੱਥੇ ਹੀ ਖੜੇ ਆ। ਉਹ ਕਹਿੰਦੇ ਨੇ ਹੁਣ ਮੇਰੀ ਦੁਬਿਧਾ ਖਤਮ ਹੋ ਗਈ ਹੈ, ਇੱਕ ਕਦਮ ਉੱਪਰ ਇੱਕ ਕਦਮ ਥੱਲੇ ਵਾਲੀ ਗੱਲ ਨਹੀਂ। ਹੁਣ ਮੈਂ ਇੱਕ ਪਾਸੇ ਤੁਰ ਪਿਆ ਵਾਂ। ਹੁਣ ਮੈਂ ਕਹਿੰਦਾ ਡਗਮਗ ਛਾੜ ਰੇ ਮਨ ਬੌਰਾ, ਅਬ ਤੋਂ ਜਰੇ ਮਰੇ ਸਿੱਧ ਪਾਈਏ ਲੀਨੋ ਹਾਥ ਸਿੰਦੌਰਾ। ਹੁਣ ਡਗਮਗ ਕਾਹਦੀ ਹੈ? ਇਸ ਲਈ ਭੇਦ ਛੈ, ਉਹ ਛੈ ਹੋ ਗਿਆ ਹੈ। ਹੁਣ ਕੱਛ ਕੱਛ ਪਾਇਓ ਭੇਦ। ਹੁਣ ਇੱਥੇ ਜਿਹੜਾ ਭੇਦ ਹੈ ਇਹਦੇ ਅਰਥ ਨੇ ਭੇਤ। ਹੁਣ ਮੈਨੂੰ ਕੁਛ ਵਾਹਿਗੁਰੂ ਦਾ ਭੇਤ ਪਤਾ ਲੱਗਣ ਲੱਗ ਪਿਆ। ਇੱਕੋ ਪੰਕਤੀ 'ਚ ਦੋ ਰਾ ਭੇਦ ਹੈ। ਇੱਕ ਭੇਦ ਦੇ ਅਰਥ ਨੇ ਭੇਦਣਾ, ਸਰਾਖ ਕਰਨਾ। ਦੂਜੇ ਭੇਦ ਦੇ ਅਰਥ ਨੇ ਭੇਤ, ਮਰਮ। ਹੁਣ ਮੈਨੂੰ ਰੱਬ ਦਾ ਥੋੜਾ ਥੋੜਾ ਭੇਤ ਆਉਣ ਲੱਗ ਪਿਆ। ਕੱਛ ਕੱਛ ਪਾਇਓ ਭੇਦ, ਉਲਟ ਭੇਦ ਮਨ ਬੇਧਿਓ, ਪਾਇਓ ਅਪੰਗ ਅਛੇਦ। ਜਿਸ ਪ੍ਰਮਾਤਮਾ ਨੂੰ ਕੋਈ ਅਪੰਗ ਨਹੀਂ ਕਰ ਸਕਦਾ, ਕੋਈ ਛੇਦ ਨਹੀਂ ਉਹਦੇ 'ਚ ਕਰ ਸਕਦਾ, ਕੋਈ ਉਹਨੂੰ ਖਤਮ ਨਹੀਂ ਕਰ ਸਕਦਾ, ਕੋਈ ਅਸਤਰ ਸ਼ਸਤਰ ਉਹਨੂੰ ਕੱਟ ਵੱਢ ਨਹੀਂ ਸਕਦਾ, ਹੁਣ ਮੈਂ ਉਸ ਪ੍ਰਮਾਤਮਾ ਨੂੰ ਪ੍ਰਾਪਤ ਕਰ ਲਿਆ। ਇੱਕ ਪਦਾ ਭੂਮਿਕਾ ਦੇ ਵਿੱਚ ਪਹਿਲੇ 5 ਪਦੇ ਕਬੀਰ ਸਾਹਿਬ ਨੇ ਲਿਖੇ ਨੇ, ਉਹ ਹੋਰ ਤੁਹਾਡੇ ਸਾਹਮਣੇ ਰੱਖ ਕੇ ਸਮਾਪਤੀ ਕਰਾਂ। ਤੁਰਕ ਤਰੀਕਤ ਜਾਨੀਏ ਹਿੰਦੂ ਵੇਦ ਪੁਰਾਨ। ਇਹ 4 ਅਵਸਥਾ ਮੁਸਲਮਾਨਾਂ ਵਿੱਚ ਅਧਿਆਤਮਕਵਾਦ ਵਿੱਚ ਕਹੀਆਂ ਗਈਆਂ ਨੇ। ਸ਼ਰੀਅਤ ਤੇ ਇਹ ਜਿਹੜਾ ਦੂਜਾ ਜ਼ਿਕਰ ਹੈ ਇਹ ਤਰੀਕਤ ਹੈ। ਸਭ ਤੋਂ ਪਹਿਲਾਂ ਸ਼ਰੀਅਤ, ਸ਼ਰਅ ਵਿੱਚ ਆਉਣਾ ਪੈਂਦਾ। ਜਿੰਨਾ ਚਿਰ ਸ਼ਰਅ 'ਚ ਨਹੀਂ ਆਏ ਉਹਨਾਂ ਚਿਰ ਉਹ ਮੁਸਲਮਾਨ ਨਹੀਂਗਾ। ਤੇ ਤਰੀਕਤ ਕੀ ਹੁੰਦਾ ਹੈ? ਤਰੀਕਤ ਵਿੱਚ ਹਿਰਦੇ ਨੂੰ ਸਾਫ਼ ਕਰਨ ਦੀਆਂ ਜੁਗਤਾਂ ਦੱਸੀਆਂ ਜਾਂਦੀਆਂ ਨੇ। ਮੂੰਹ ਤੇ ਪਾਣੀ ਨਾਲ ਸਾਫ਼ ਹੋ ਜਾਏਗਾ, ਟੂਥ ਬਰਸ਼ ਕਰਕੇ ਹੋ ਜਾਏਗਾ, ਇਸ਼ਨਾਨ ਕਰਕੇ ਪਿੰਡਾ ਸਾਫ਼ ਹੋ ਜਾਏਗਾ। ਹਿਰਦਾ ਕਿਵੇਂ ਸਾਫ਼ ਹੋਵੇ? ਨਾਨਕ ਨਾਮ ਖੁਦਾਏ ਕਾ ਦਿਲ ਹੱਛੈ ਮੁਖ ਲੈ, ਅਵਰ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇ। ਭਾਈ ਵਾਹਿਗੁਰੂ ਦਾ ਨਾਮ ਲੈਣਾ ਹੈ, ਠੀਕ ਹੈ, ਤੂੰ ਬਰਸ਼ ਕਰਕੇ ਮੂੰਹ ਸਾਫ਼ ਕਰ ਲੈਣਾ, ਦਿਲ ਵੀ ਸਾਫ਼ ਕਰਿਆ ਕਰ। ਜਾਂ ਦਿਲ ਸੂਚੀ ਹੋਏ ਉਸ ਸਾਚੇ ਦੀਵਾਨ ਮੈਂ ਪੱਲਾ ਨਾ ਪਕੜੇ ਕੋਏ। ਦਿਲ ਵੀ ਸੁੱਚਾ ਹੋਣਾ ਚਾਹੀਦਾ, ਦਿਲ ਵੀ ਸਾਫ਼ ਹੋਣਾ ਚਾਹੀਦਾ। ਹੁਣ ਉਹ ਦਿਲ ਸਾਫ਼ ਕਿਵੇਂ ਹੋਵੇ, ਇਹ ਦੂਜੀ ਸਟੇਜ ਹੈ ਇਸਲਾਮ ਦੇ ਵਿੱਚ, ਉਹਨੂੰ ਤਰੀਕਤ ਕਹਿੰਦੇ ਨੇ। ਤੋ ਤਰੀਕਤ ਵਿੱਚ ਦਿਲ ਸਾਫ਼ ਕਰਨ ਦੀ ਜੁਗਤ ਦੱਸੀ ਜਾਂਦੀ। ਕਿਵੇਂ ਦੱਸੀ ਜਾਂਦੀ ਹੈ ਜੀ? ਅੱਖਰਾਂ ਰਾਹੀਂ ਦੱਸੀ ਜਾਂਦੀ ਹੈ। ਇੱਕ ਜਣਾ ਬੋਲੇਗਾ, ਦੂਜਾ ਸੁਣੇਗਾ, ਵਰਤੋਂ ਕਾਹਦੀ ਕਰੇਗਾ? ਅੱਖਰਾਂ ਦੀ ਵਰਤੋਂ ਕਰੇਗਾ। ਇਸ ਵਾਸਤੇ ਭਾਈ ਇਹ ਠੀਕ ਹੈ, ਮੈਂ ਕਿਹਾ ਹੈ ਬਈ ਇਹ ਅੱਖਰ ਖਿਰ ਜਾਏਂਗੇ, ਉਹ ਅੱਖਰ ਇਨ ਮੈਂ ਨਾਹੇ, ਪਰ ਫਿਰ ਵੀ ਮੈਂ ਇਹ ਕਹਾਂਗਾ ਬਈ ਭਾਈ ਤਰੀਕਤ ਮੁਸਲਮਾਨ ਸਮਝਦਾ, ਅੱਖਰਾਂ ਰਾਹੀਂ ਸਮਝਦਾ। ਹਿੰਦੂ ਵੇਦ ਪੁਰਾਨ ਸਮਝਦਾ, ਮੁਸਲਮਾਨ ਕੁਰਾਨ ਸਮਝਦਾ। ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਸਿੱਖ ਕਰਦੇ ਸੁਣਦੇ ਨੇ, ਤਾਂ ਇਹ ਸਭ ਤਰੀਕਤ ਵਿੱਚ ਆ ਜਾਂਦੇ ਨੇ। ਤੁਰਕ ਮਜ਼ਹਬ ਦਾ ਨਾਮ ਹੈ ਪਿਆਰਿਓ। ਤਰੀਕਤ ਅਵਸਥਾ ਹੈ, ਸ਼ਰੀਅਤ ਤੋਂ ਬਾਅਦ ਤਰੀਕਤ ਹੈ। ਫਿਰ ਅੱਗੇ 2 ਹੋਰ ਅਵਸਥਾ ਨੇ, ਅਖੀਰਲੀ ਹਕੀਕਤ ਹੈ। ਹਿੰਦੂ ਵੇਦ ਪੁਰਾਨ। ਹਿੰਦੂ ਜਿਹੜਾ ਵੇਦਾਂ ਨੂੰ ਪੜ੍ਹਦਾ ਹੈ, ਪੁਰਾਣਾਂ ਨੂੰ ਪੜ੍ਹਦਾ ਹੈ। ਮੁਸਲਮਾਨ ਜਿਹੜਾ ਹੈ ਉਹ ਕੁਰਾਨ ਨੂੰ ਪੜ੍ਹਦਾ ਹੈ, ਉਹਦੇ 'ਚੋਂ ਤਰੀਕਤ ਸਿੱਖਦਾ ਹੈ, ਦਿਲ ਨੂੰ ਸਾਫ਼ ਕਰਨ ਦੀ ਜੁਗਤ ਸਿੱਖਦਾ ਹੈ। ਇਸ ਲਈ ਭਾਈ ਮਨ ਸਮਝਾਵਨ ਕਾਰ ਨੇ ਕਛੁਅਕ ਪੜ੍ਹੀਐ ਗਿਆਨ। ਭਾਈ ਧਾਰਮਿਕ ਪੁਸਤਕਾਂ, ਧਾਰਮਿਕ ਗ੍ਰੰਥ ਆਪਣੇ ਮਨ ਨੂੰ ਸਮਝਾਉਣ ਲਈ ਕੁਝ ਨਾ ਕੁਝ ਜ਼ਰੂਰ ਪੜ੍ਹਨੇ ਚਾਹੀਦੇ ਨੇ, ਸੁਣਨੇ ਚਾਹੀਦੇ ਨੇ। ਅਸੀਂ ਸਿੱਖ ਕਮਿਊਨਿਟੀ ਦੀ ਗੱਲ ਕਰੀਏ ਤੇ ਸੁਣਨ ਦੇ ਮਾਮਲੇ ਵਿੱਚ ਤੇ ਚਲੋ ਥੋੜੀ ਬਹੁਤੀ ਰਿਸਪੌਂਸ ਮਿਲਦੀ ਏ, ਪੜ੍ਹਨ ਦੇ ਮਾਮਲੇ 'ਚ ਬਹੁਤ ਘੱਟ ਰਿਸਪੌਂਸ ਮਿਲਦੀ। ਅਖਬਾਰਾਂ ਘਰ ਘਰ ਲੱਗੀਆਂ ਨੇ, ਪਰ ਸੁਰਖੀਆਂ ਵੇਖਦੇ ਹਾਂ ਅਸੀਂ ਜਿਸ ਤਰ੍ਹਾਂ ਆਉਂਦੀਆਂ ਨੇ ਉਸ ਤਰ੍ਹਾਂ ਹੀ ਪਈਆਂ ਹੁੰਦੀਆਂ ਨੇ। ਅਖਬਾਰਾਂ ਵੀ ਨਹੀਂ ਪੜ੍ਹਦੇ, ਪੁਸਤਕਾਂ ਜਿਵੇਂ ਆਈਆਂ ਨੇ ਉਵੇਂ ਪਈਆਂ ਹੁੰਦੀਆਂ ਨੇ। ਮੈਂ ਕਈਆਂ ਦੀਆਂ ਲਾਇਬ੍ਰੇਰੀਆਂ 'ਚ ਵੜ ਕੇ ਵੇਖਿਆ ਹੈ, ਅੰਦਰਲੇ ਕਾਗਜ਼ ਵੀ ਅਜੇ ਸੀਪੇ ਹੁੰਦੇ ਨੇ ਕਈ। ਇਟ ਮੀਨ ਜਿਹਨੇ ਇੱਕ ਵਾਰਾਂ ਵੀ ਇਹਨੂੰ ਫੋਲਿਆ ਨਹੀਂਗਾ। ਲਾਇਬ੍ਰੇਰੀ ਬੜੀ ਵੱਡੀ ਬਣਾਈ, ਚਾਹ ਵੀ ਉੱਥੇ ਬਾ ਕੇ ਪਿਆਣੀ ਹੈ।
पता लग जाए बहुत पढ़ाकू है, पढ़ता है ही नहीं। अक्सर मैं बेनती करना हुन्ना प्यारिओ भी विदेशों जाईदा, डोमैसटिक एयरपोर्टां ते इंटरनैशनल एयरपोर्टां ते जिन्ने गैर सिख लोग ने, खास करके गोरे ने, वेटिंग रूम च बैठे किताबां च खुब्बे हुंदे ने। जिन्नी अपनी कम्यूनिटी है, जिहड़ा पॉइंट बनया हुंदा ना कॉफी चाह वाला, सारे उहदे दुआले होए हुंदे ने। जिन्ना चिर प्लेन नहीं उड्डना, इन्हां कुछ ना कुछ देड़ ही जाना उत्थों लै लै के। और उन्हां ने भावें अंग्रेजी का नावल ही पढ़ रहे होण, पर कुछ ना कुछ पढ़ते रहिंदे, पढ़ते ही रहिंदे। एज्ड व्यक्ति कैलगरी तो एब्सफोर्ड डोमैसटिक एयरपोर्ट ते आउंदियां वो ज्यों किताब च खुब्बा एब्सफोर्ड दा, मैं उन्होंने पूछा भी तू अजे भी पढ़ना है? वो कहता नहीं पढ़ाई मेरी पूरी है, मैं जॉब करना वा। मैं क्या फिर की पढ़ना है? वो कहता दो किताबां ऐसियां ने, लोकी कहंदे अमेरिका कैनेडा सारे टैक्स लै लैके बंदे नूं कंगाल कर दिंदा, जे तुसीं ये दो पुस्तकां दी स्टडी कर लो तो तुसीं काफ़ी सारा अपना टैक्स जिहड़ा है वो बचा सकदे हो। मैं इन्हां दा अध्ययन कर रहा, पर हाय रब्बा पढ़े कौन? पाठी पाठ कर देण, कथावाचक नूं दे देंगे 10 12 15 हज़ार रुपया, वो सानू कथा करके सुनाए, कीर्तन वाले कीर्तन सुनाण। नहीं भाई, ये तो अपन हथी अपना आपे ही काज सवारी है, ये आप भी करना पएगा। तुर्क तरीकत जानी है, हिंदू वेद पुराण, भाई मन समझावन कार ने कछुअक पढ़ी है ज्ञान। अपने मन नूं समझाउण लई कुछ ना कुछ धार्मिक ग्रंथ पुस्तकां जरूर पढ़नियां चाहीदियां ने। वेख लो हिंदू तरीकत ते मार्फत राहीं जदों वो शरीयत, तरीकत, मार्फत ते हकीकत, ये चार जड़ियां स्टेजां ने, वो जदों पूरीआं करदे ने ते दूजी स्टेज ते वो बहुत सारा लिटरेचर पढ़ते ने जां सुणदे ने। भाई तुसीं भी पढ़िया करो। सो भाई ये पहले 5 पदियां च भगत कबीर साहब ने 52 अखरी की भूमिका, प्रोफैसर साहब सिंह मुताबक ये भूमिका है। और 6वें पदे तो रब की व्याख्या शुरू होगी, ओंकार आद मैं जाना, लिख अर मेटै ताहे ना माना। ਉਹਦੀ ਆਪਾਂ ਕੱਲ विचार करांगे। अज इन्नियां बेनतियां प्रवान कर